ਜੀ ਹੈਲੋ ਵਿਊਅਰਸ, ਮੈਂ ਵਾਂ ਕੰਵਰ ਚੀਮਾ। ਤੇ ਅੱਜ ਤੁਸੀਂ ਕਹਿ ਰਹੇ ਹੋਵੋਗੇ ਹਮੇਸ਼ਾ ਸਾਡੇ ਨਾਲ ਅੰਗਰੇਜ਼ੀ ਤੇ ਉਰਦੂ ਵਿੱਚ ਗੱਲ ਕਰਦਾ ਹੈ। ਤੇ ਅੱਜ ਮੈਂ ਤਾਰਕ ਫਤਿਹ ਸਾਹਿਬ ਦੀ ਮੌਜੂਦਗੀ ਦਾ ਫਾਇਦਾ ਉਠਾਉਂਦਿਆਂ ਹੋਇਆ ਜ਼ਰਾ ਇਹਨਾਂ ਨੂੰ ਰਿਕੁਐਸਟ ਵੀ ਕੀਤੀ, ਤੇ ਅੱਗੇ ਵੀ ਮੈਂ ਤਾਰਕ ਸਾਹਿਬ ਦਾ ਮਸ਼ਕੂਰ ਹਾਂ ਕਿ ਅਸਾਂ ਇੱਕ ਦਫਾ ਡਿਸਕਸ਼ਨ ਕੀਤੀ ਸੀ ਤੇ ਪੰਜਾਬੀ ਚ ਹੀ ਕੀਤੀ ਸੀ। ਤੇ ਤਾਰਕ ਸਾਹਿਬ ਸਰ, ਤੁਹਾਡੇ ਵਕਤ ਦਾ ਬਹੁਤ ਸ਼ੁਕਰੀਆ। ਤਾਰਕ ਫਤਿਹ ਸਾਹਿਬ। नहीं जी, थैंक यू सो मच। मैं कह रहा कि पंजाबी के अलावा किसी जबान सच बोलिया ही नहीं जा सकता। बाकी जेडी जबाने ने ना ये बनिया ने झूठ बोलने वास्ते, पंजाबी तो कभी झूठ नहीं बोल सकता। मैं दस ते असी इस वास्ते ही पाकिस्तान का बेड़ा गर्क होया क्योंकि असी पंजाबी छड्डी। ਸਾਡੀ ਜਿਹੜੀ ਅਸੀਂ ਉਹ ਬੇਸਿਕਲੀ ਤੁਹਾਨੂੰ ਅੱਗੇ ਵੀ ਤੁਸੀਂ ਗੱਲ ਕਰ ਬੈਠੇ ਆ ਕਿ ਅਸੀਂ ਸ਼ਰਮਿੰਦਗੀ ਮਹਿਸੂਸ ਕਰ ਰਹੇ ਆ ਨਾ ਜਰਾ ਪੰਜਾਬੀ ਬੋਲਣ ਲੱਗਿਆ। ਮੈਂ ਦੱਸਾਂ, ਮੈਨੂੰ ਅੰਦਰੂਨ ਸ਼ਹਿਰ ਲਾਹੌਰ ਵਿੱਚ ਮੈਨੂੰ ਫੈਂਟੀ ਪੈਂਦੀ ਸੀ ਕਿ ਤੈਨੂੰ ਅੰਗਰੇਜ਼ੀ ਸਕੂਲ ਭੇਜਿਆ, ਘਰ ਆ ਕੇ ਪੰਜਾਬੀ ਗੱਲ ਕਰ ਰਿਹਾ, ਸ਼ਰਮ ਨਹੀਂ ਆਈ ਤੈਨੂੰ? ਤੇ ਬੱਚਾ ਵੇਖਦਾ ਕੀ ਮਤਲਬ ਕੀ ਗਲਤ ਕੀ ਹੋਇਆ। ਹਾਂ ਉਹਨੂੰ ਇਹ ਇੱਕ ਜਨਰੇਸ਼ਨ ਨਹੀਂ ਸਰ, ਇਹ ਤਿੰਨ ਜਨਰੇਸ਼ਨ ਮਹਾਰਾਜਾ ਰਣਜੀਤ ਸਿੰਘ ਦੇ ਬਾਅਦ ਨਾ ਸਾਡੇ ਉੱਤੇ ਜਿਹੜੀ ਪਾਕੀ ਆਈ ਹੈ ਕਿ ਅੰਗਰੇਜ਼ ਆਇਆ ਹੈ, ਹੁਣ ਤੇ ਮਹਾਰਾਜਾ ਚਲਾ ਗਿਆ ਇੱਥੋਂ ਲਾਹੌਰ ਤੋਂ, ਕੀ ਕਰੀਏ? ਉਹਨੇ ਕੋ ਉਹਨੂੰ ਖੁਸ਼ ਕਰਨਾ, ਅੰਗਰੇਜ਼ੀ ਆਦੀ ਨਹੀਂ ਹੈ, ਉਹਨੂੰ ਉਰਦੂ ਬੋਲ ਲੋ। ਤੇ ਵੀ ਹੈਵ ਸਪੈਂਟ ਕੋਈ ਮੇਰੇ ਖਿਆਲ 100 ਸਾਲ ਤੇ ਬਰਬਾਦੀ ਹੋ ਚੁੱਕੇ ਨੇ ਸਾਡੇ। ਫੇਜ਼ ਨੇ ਨਹੀਂ ਲਿਖੀ ਪੰਜਾਬੀ, ਚੱਲ ਇਕਬਾਲ ਨੇ ਨਹੀਂ ਕੁਝ ਨਹੀਂ ਲਿਖੀ, ਤੇ ਜਿਹੜਾ ਪੰਜਾਬੀ ਚ ਲਿਖਦਾ ਸੀ ਉਹਨੂੰ ਕਹਿੰਦੇ ਸਨ ਇਲਾਕਾਈ ਸ਼ਾਇਰ ਹੈ। ਉਹ ਕਿਹਨੇ ਕਿਹਾ ਸੀ ਜਿੱਥੇ ਵੇਖੋ ਫੌਜਾਂ ਹੀ ਫੌਜਾਂ, ਅੱਗੇ ਪਿੱਛੇ ਮੌਜਾਂ ਹੀ ਮੌਜਾਂ। ਉਹਨੇ ਕਿਹਾ ਬੰਦ ਕਰ ਇਹਨੂੰ। ਇਹ ਸਾਰੇ ਉਹ ਤੇ ਅਸੀਂ ਬਿਲਕੁਲ ਇਹ ਬੜੀ ਤੁਸੀਂ ਖੂਬਸੂਰਤ ਤਰੀਕੇ ਨਾਲ ਗੱਲ ਕੀਤੀ ਕਿ ਜਿਹੜਾ ਸ਼ਾਇਰ ਪੰਜਾਬੀ ਦਾ ਹੁੰਦਾ ਨੂੰ ਇਲਾਕਾਈ ਸ਼ਾਇਰ ਕਹਿ ਗਿਆ। ਹਾਲਾਂਕਿ ਤੁਸੀਂ ਇੰਡੀਆ ਪਾਕਿਸਤਾਨ ਦਾ ਪੰਜਾਬ ਦੋਵੇਂ ਰਲ ਕੇ ਵੇਖੋ ਸਰ, ਤੇ ਇਹ ਮਤਲਬ ਕਰੋੜਾਂ ਲੋਕ ਨੇ ਜਿਹੜੇ ਪੰਜਾਬੀ ਬੋਲਣ ਦੇ ਨੇ, ਲੇਕਿਨ ਮੈਂ ਸਮਝਣਾ ਕਿ ਇਹ ਸਿੱਖਾਂ ਦੀ ਮਿਹਰਬਾਨੀ ਹੈ ਜਿਨ੍ਹਾਂ ਨੇ ਪੰਜਾਬੀ ਨੂੰ ਜ਼ਿੰਦਾ ਰੱਖਿਆ, ਵਰਨਾ ਸਾਡੇ ਵਾਸਤੇ ਦੀ ਗੱਲ ਤੇ ਨਹੀਂ ਸੀ ਇਹ। ਤੁਸੀਂ ਹਿੰਦੂ ਪੰਜਾਬੀਆਂ ਨੂੰ ਵੀ ਵੇਖੋ ਨਾ, ਉਹ ਨਹੀਂ ਪੰਜਾਬੀ ਚ ਗੱਲ ਕਰਦੇ ਜਦ ਤੱਕ महफिल सारे ही पंजाबी हों, अपनी मदर टंग नहीं। हमारी मदर टंग हिंदी है। लाहौर तो गए हो ते दिल्ली, थोड़ी मदर टंग कितों हो गई हिंदी? किसी ने जिन्हें जिस जबान च गल नहीं की वो साडे उत्ते स्यापा बन के आ गया। we became illiterate, यानी ओवरनाइट सब कुछ मुक गया। हुण अभी 65-70% पाकिस्तान की आबादी पंजाबी है ते नेशनल लैंग्वेज की है दसो? उर्दू 5% दी ਜ਼ਬਾਨ ਜਿਹੜੀ ਹੈ ਅਸੀਂ ਆਪੇ ਲਾਈਏ। ਹਾਂ ਸਹੀ ਕਹਿ ਰਹੇ ਹੋ, ਸਹੀ ਕਹਿ ਰਹੇ ਹੋ। ਅਸਾਂ ਬਸ ਸਾਡੇ ਅੰਦਰ ਅਹਿਸਾਸੇ ਕਮਤਰੀ ਆ ਗਿਆ। ਬਸ ਸਰ ਇਸ ਗੱਲ ਨੂੰ ਥੋੜਾ ਜਿਹਾ ਅੱਗੇ ਵਧਾਈਏ, ਤੇ ਮੈਂ ਪਹਿਲਾਂ ਤੁਹਾਡੇ ਨਾਲ ਅੱਜ ਗੱਲ ਕਰਨਾ ਚਾਹ ਰਿਹਾ ਸੀ, ਜਰਾ ਮੁਸਲਿਮ ਵਰਡ ਤੇ ਤੁਹਾਡੇ ਨਾਲ ਥੋੜੀ ਜਿਹੀ ਗੱਲ ਕਰਨੀ ਸੀ ਕਿ ਅਸੀਂ 72-74 ਸਾਲ 75 ਸਾਲ ਸਾਨੂੰ ਵੀ ਆਜ਼ਾਦ ਹੋਇਆ ਹੋ ਗਏ ਨੇ, ਤੇ ਅਸਾਂ ਜਿਹੜਾ ਇਹ ਅਰਬ ਇਸਰਾਈਲ ਇਸ਼ੂ ਸੀ ਇਹਨੂੰ ਅਸਾਂ ਜਿਊਇਸ਼ ਇਸਲਾਮਿਕ ਇਸ਼ੂ ਵੇਖਿਆ, ਜਿਹਦੀ ਵਜ੍ਹਾ ਨਾਲ ਅੱਜ ਜਦੋਂ ਮੁਸਲਿਮ ਵਰਲਡ ਜਿਨ੍ਹਾਂ ਨੇ ਇਹਨੂੰ ਜਿਊਇਸ਼ ਇਸਲਾਮਿਕ ਬਣਾਇਆ, ਅੱਜ ਜਦੋਂ ਇਸਰਾਈਲ ਦੀ ਰੈਕਗਨਾਈਜੇਸ਼ਨ ਦੀ ਗੱਲ ਹੋ ਰਹੀ ਤੇ ਬਹੁਤ ਸਾਰੇ ਕਹਿ ਰਹੇ ਨੇ ਗਲਤ ਹੈ। ਤੇ ਦੂਜਾ ਇਹ ਜ਼ਰਾ ਦੱਸੋ ਕਿ ਇਹ ਜਿਹੜੀ ਇਸਰਾਈਲ ਦੀ ਰੈਕਗਨਾਈਜੇਸ਼ਨ ਹੈ ਇਹਦੇ ਬਾਰੇ ਮੁਸਲਿਮ ਵਰਲਡ ਦੇ ਵਿੱਚ ਜਿਹੜਾ ਟਵਿਸਟ ਆ ਰਿਹਾ ਹੈ, ਇਹ ਤੁਸੀਂ ਕੀ ਵੇਖਦੇ ਹੋ? ਮੁਸਲਿਮ ਵਰਲਡ ਦੀ ਇਹੀ ਸ਼ਕਲ ਰਹੇਗੀ 5-10 ਸਾਲ ਬਾਅਦ ਜਾਂ ਕੋਈ ਬਦਲੇਗੀ? ਸਰ ਦੇਖੋ, ਇੱਕ ਤੇ ਇਹ ਗੱਲ ਵੇਖੋ ਕਿ ਇੱਕ ਹੀ ਜ਼ਬਾਨ, ਇੱਕ ਹੀ ਮਜ਼ਹਬ ਤੇ 22 ਮੁਲਕ, ਇਹ ਅਰਬਾਂ ਦੀ ਗੱਲ ਕਰ ਰਹੇ ਹਾਂ। ਸਾਡੇ 5 ਜ਼ਬਾਨਾਂ, ਮੁਖਤਲਿਫ ਕਲਚਰ ਤੇ ਸਾਰੇ ਮਿਲਾ ਕੇ ਇੱਕ। ਅਸੀਂ ਹੋ ਗਏ ਇਸਲਾਮੀ ਮੁਲਕ, ਉਹ ਹੋ ਗਏ ਅਰਬ। ਉਹਨਾਂ ਨੇ ਕਦੀ ਸਾਨੂੰ ਸਮਝਿਆ ਹੀ ਨਹੀਂ ਇਸ ਕਾਬਿਲ ਕਿ ਅਸੀਂ ਕਿਸੇ ਕਿਹੜੀ ਗਿਣਤੀ ਚ ਹਾਂ। ਦੇਖੋ ਪਾਰਟੀਸ਼ਨ ਤੋਂ ਪਹਿਲੇ ਸਭ ਤੋਂ ਦੁਨੀਆ ਜ਼ਿਆਦਾ ਮੁਸਲਮਾਨ ਇਹ ਜਿਹੜਾ ਹਿੰਦੁਸਤਾਨ ਹੈ ਇੱਧਰ ਰਹਿੰਦਾ ਸੀ। ਅਰਬ ਤੇ ਕੋਈ 25% ਵੀ ਨਹੀਂ ਆਉਂਦਾ, ਉਹਨੂੰ ਵੀ ਛੱਡ ਦਿਓ ਤੁਸੀਂ। ਮੈਂ ਬੇਸ ਤੇ ਜਾਣਾ, ਜਦ ਸਾਡਾ ਇਸਲਾਮ ਬੇਸਡ ਹੈ ਉਮੱਯਦਾਂ ਤੇ ਉਹ ਲੋਕਾਂ ਨੇ ਜਿਨ੍ਹਾਂ ਨੇ ਪ੍ਰੋਫਿਟ ਦੀ ਫੈਮਿਲੀ ਦਾ ਕਤਲੇਆਮ ਕੀਤਾ, ਮੱਕਾ ਤੋਂ ਲੈ ਕੇ ਦਮਿਸ਼ਕ ਚਲੇ ਗਏ, ਮੱਕਾ ਛੱਡਤਾ। ਤੁਸੀਂ ਇਹ ਵੇਖੋ ਕਿ
मुआविया तो लैके आज तक कदी किसी खलीफा ने मक्का ते या मदीना जाके अपनी वो भी खिलाफत नहीं की थी, ਉਹ ਨਸ ਗਏ ਉਥੋਂ। ਤੇ ਕਿਹੜੀ ਸੁਨਤਾਂ ਦੀ ਗੱਲ ਕਰ ਰਹੇ ਹਾਂ ਅਸੀਂ ਕਿ ਜਿੱਥੇ ਕੰਫਰਟ ਜ਼ਿਆਦਾ ਹੈ ਉੱਥੇ ਜਾਵਾਂ ਅਸੀਂ? ਤੇ ਫਿਰ ਛੱਡ ਦਿਓ ਨਾ ਅੱਲਾਹ ਪਾਕ ਦੀ ਗੱਲ। ਤੁਸੀਂ ਗੱਲ ਕਰੋ ਕਿ ਬਈ ਜਿੱਥੇ 에ਅਰ ਕੰਡੀਸ਼ਨਿੰਗ ਚੰਗੇ ਚੱਲਦੇ ਨੇ, ਕੁੜੀਆਂ ਅੱਛੀਆਂ ਹੁੰਦੀਆਂ ਨੇ, ਅਸੀਂ ਚੱਲਨੇ ਆ ਉੱਥੇ। ਇੱਥੇ ਤੇ ਪਾਣੀ ਵੀ ਨਹੀਂ ਹੈ, ਕਬੂਤਰ ਨਹੀਂ ਹੈ, ਗਾਂ ਨਹੀਂ ਹੈ, ਮੱਝ ਨਹੀਂ ਹੈ, ਕੁਝ ਵੀ ਨਹੀਂ ਹੈ, ਕਾਗਜ਼ ਨਹੀਂ ਹੈ, ਸਿਆਹੀ ਨਹੀਂ ਹੈ, ਚਲੋ ਚਲੀਏ ਛੱਡ ਕੇ। ਤੇ ਮੱਕਾ ਮਦੀਨਾ ਛੱਡਣਾ ਆਸਾਨ ਹੈ ਤੇ ਇਸਲਾਮ ਬਾਕੀ ਕੀ ਰਹਿ ਗਿਆ ਸਰ? ਉਹਨਾਂ ਨੇ ਤੇ ਉਮੱਯਦਾਂ ਨੇ ਤੇ ਟੋਟਲੀ ਨया ਇਸਲਾਮ ਬਣਾਇਆ ਨਾ। 18 ਸਾਲ ਤੱਕ ਤੁਸੀਂ ਵੇਖੋ ਮੱਕਾ ਦੇ ਉੱਤੇ ਬੰਬਾਰੀ ਕਰਕੇ ਉਹਨੂੰ ਤੋੜਤਾ। ਹਜ ਨਹੀਂ ਹੋਇਆ ਉੱਥੇ ਹਜਾਜ ਬਿਨ ਯੂਸਫ ਦੇ ਜ਼ਮਾਨੇ ਦੇ ਅੰਦਰ। ਅਸੀਂ ਉਹਦੇ ਕੀ ਨਾਂ ਸੀ ਉਹਦੇ ਭਤੀਜੇ ਦਾ, ਮੁਹੰਮਦ ਬਿਨ ਕਾਸਿਮ, ਅਸੀਂ ਉਹਨੂੰ ਹੀਰੋ ਬਣਾ ਦਿੱਤਾ। ਉਹ ਇਮਾਮ ਹੁਸੈਨ ਦੀ ਔਲਾਦਾਂ ਦੇ ਪਿੱਛੇ ਮਾਰਨ ਆਇਆ। ਅਸੀਂ ਕਿਹਾ ਇਹ ਜਿਨੇ ਪਨਾਹ ਦਿੱਤੀ ਆਲੇ ਮੁਹੰਮਦ ਨੂੰ, ਉਹਨੂੰ ਅਸੀਂ ਕਹਤਾ ਵਿਲਨ ਹੈ, ਤੇ ਜਿਹੜਾ ਮਾਰਨ ਆਇਆ ਉਹ ਸਾਡਾ ਹੀਰੋ ਹੋ ਗਿਆ। ਹੁਣ ਬਾਕੀ ਤੇ ਛੱਡ ਦਿਓ ਨਾ ਤੁਸੀਂ। ਅਰਬਾਂ ਦੇ ਅੰਦਰ ਕੀ ਹੋਇਆ? ਤੁਸੀਂ ਸ਼ਰੀਆ ਟੋਟਲ ਨया ਬਣਾਤਾ 200 ਸਾਲ ਬਾਅਦ। ਹਦੀਸਾਂ ਲਿਖੀਆਂ ਜੋ ਤੁਹਾਡੀ ਮਰਜ਼ੀ ਹੈ, ਜੋ ਤੁਸੀਂ ਕਰਨਾ ਹੈ ਕਰੋ। 200 ਬੀਵੀਆਂ लौंडियां चुक चुक के ले जा रहे हो, हमले कर रहे हो दुनिया भर से। कोई ऑस्ट्रिया ते हमला कर रहा है, कोई स्पेन तो, कोई फ्रांस तो। जिथे हमला नहीं किया उधर दे मुसलमान तुसी वेख लो, बांग्लादेश, मलेशिया ते इंडोनेशिया साइड दे लोकी अमन पसंद मुसलमाना दी हरकतां जेड़े ओ आराम नाल करदे ने। बंगाली भी जिथे सियापे ने मार पीट लड़ाई है, ਉਹ ਅਸੀਂ ਕਹਿੰਦੇ ਅਸਲੀ ਇਸਲਾਮ ਹੋਏ। ਜਾਂ ਤੇ ਤੈਅ ਕਰੋ ਨਾ ਕਿ ਕਿਹੜੀ ਕਿਤਾਬ ਲੈ ਕੇ ਅਸੀਂ ਚੱਲਣੀ ਹੈ, ਕਿਹੜਾ ਸਾਡਾ ਲੀਡਰ ਹੈ। ਰਸੂਲੁल्लाह ਨੇ ਆਪਣੀ ਮਰਨ ਤੋਂ ਪਹਿਲੇ ਉਹ ਕਬਰਸਤਾਨ ਗਏ, ਉਹਨਾਂ ਨੇ ਆਪਣੇ ਨਾਲ ਦਾ ਜਿਹੜਾ ਦੋਸਤ ਸੀ ਉਹਨੇ ਕਿਹਾ ਕਿ ਜਿਹੜੇ ਇੱਥੇ ਦਫਨਾਏ ਗਏ ਨੇ ਉਹ ਖੁਸ਼ ਨਸੀਬ ਨੇ ਕਿ ਉਹ ਵੇਖ ਨਹੀਂ ਰਹੇ ਕਿ ਮੇਰੇ ਬਾਅਦ ਹੋਏਗਾ ਕੀ ਇੱਥੇ। ਤੇ ਹੋਇਆ ਨਾ, ਅਸੀਂ ਤੇ ਲੜ ਪਏ। ਅਜੇ 18 ਘੰਟੇ ਆਪਣੇ ਪ੍ਰੋਫਿਟ ਨੂੰ ਅਸੀਂ ਨਹੀਂ ਦਫਨਾਇਆ, ਬਾਹਰ ਲੜਾਈ ਕੀਤੀ ਕਿ ਕੁਰੈਸ਼ ਜਿਹੜੇ ਹਕੂਮਤ ਕਰਨਗੇ ਤੇ ਅੰਸਾਰ ਜਿਹੜੇ ਨੇ ਉਹ ਗੁਲਾਮ ਰਹਿਣਗੇ। ਉਹੀ ਲੈ ਕੇ ਅੱਜ ਤੱਕ ਅਸੀਂ ਚਲੇ ਆ ਰਹੇ ਹਾਂ। ਤਦੇ ਤੇ ਲੋਕੀ ਕਹਿੰਦੇ ਮੈਂ ਕੁਰੈਸ਼ੀਆਂ ਤੇ ਮੈਂ ਹਾਸ਼ਮੀਆਂ ਤੇ ਮੈਂ ਸੈਯਦ ਹਾਂ। ਤੇ ਉਹ ਫਿਰ ਸ਼ੀਆ ਨੂੰ ਜਿੱਥੇ ਮਿਲਦਾ ਫੜ ਕੇ ਮਾਰ ਦਿੰਦੇ ਨੇ। ਇੱਕ ਅੰਦਾਜ਼ਾ ਮੈਨੂੰ ਲਾਓ ਕਿ ਪੂਰੀ ਇਸਲਾਮ ਦੀ ਤਾਰੀਖ ਵਿੱਚ ਸ਼ੀਆ ਨੂੰ ਸਿਰਫ ਪਨਾਹ ਮਿਲੀ ਹੈ ਹਿੰਦੂਆਂ ਦੇ ਅੱਗੇ। ਇਹ ਕੋਈ ਦੇਖਦਾ ਨਹੀਂ ਹੈ ਕਿ ਪੂਰੀ ਅਰਬ ਦੁਨੀਆ ਸ਼ੀਆ ਹੀ ਕੋਈ ਨਹੀਂ ਬਚਿਆ। ਉਹ ਫਾਤਮਈਨ ਜਿਹੜੇ ਸਨ ਮਿਸਰ ਦੇ, ਜਿੱਥੇ ਫਾਤਮਾ ਉਜ਼ ਜ਼ਹਿਰਾ ਦੀ ਅਲ ਅਜ਼ਹਰ ਯੂਨੀਵਰਸਿਟੀ ਹੈ, ਉੱਥੇ ਅਸੀਂ ਸਲਾਉਦੀਨ ਅਯੂਬੀ ਨੂੰ ਭੇਜ ਕੇ पूरा मिस्र खाली कराता। इस्माइली, बोरी, ये सारे नसात थे, सेंट्रल एशिया ते इंडिया इधर उधर। असी पढ़ने कुछ भी नहीं पढ़ने, क्योंकि उर्दू छपी किताबां मिलदियां ने। उर्दू जबान है झूठ दी, ਇਹਦੇ ਅੰਦਰ ਸੱਚ ਨਹੀਂ ਤੁਸੀਂ ਬੋਲ ਸਕਦੇ। ਈਮਾਨ ਨਾਲ ਤੁਸੀਂ ਸ਼ਾਇਰੀ ਕਰ ਲਓ, ਤੁਸੀਂ ਕੋਈ ਅਫਸਾਨਾ ਲਿਖ ਲਓ, ਇਹ ਜ਼ਬਾਨ ਹੈ ਗਲਤ ਚੀਜ਼ ਨੂੰ ਅੱਛਾ ਪ੍ਰੈਜ਼ੈਂਟ ਕਰਨ ਵਾਸਤੇ। ਸੱਚੀ ਜਿਹੜੀ ਗੱਲਾਂ ਨੇ ਤੁਸੀਂ ਸਿੰਧੀ ਚ ਕਰ ਲਓ, ਝੂਠ ਬੋਲ ਹੀ ਨਹੀਂ ਸਕਦੇ, ਫੜਿਆ ਜਾਂਦਾ ਬੰਦਾ। ਪੰਜਾਬੀ ਚ ਕਿੰਨੀ ਝੂਠ ਬੋਲੋਗੇ? 2 ਮਿੰਟ ਬਾਅਦ ਸ਼ਕਲ ਤੇ ਨਜ਼ਰ ਆਉਂਦੀ ਦੀ ਉਹ ਨਿਓਨ ਸਾਈਨ ਚੱਲਦਾ, ਮੈਂ ਝੂਠ ਬੋਲ ਰਿਹਾ ਇੱਥੇ। ਤੇ ਵੀ ਹੈਵ ਫੋਲੋਡ ਦੀ ਰੋਂਗ ਪਾਥ। ਤੇ ਸਹੀ ਤੇ ਨਹੀਂ ਹੋਏਗਾ ਨਾ, ਆਊਟਕਮ ਤੇ ਨਹੀਂ ਹੋ ਸਕਦਾ ਨਾ। ਇਹ ਛੋਟੀ ਜਿਹੀ ਫਿਜ਼ਿਕਸ ਦੀ ਗੱਲ ਕਰੋ, ਜਿਹੜਾ ਇਨਪੁਟ ਹੈ ਤੇ ਜਿਹੜਾ ਆਊਟਪੁਟ ਹੈ ਉਹ ਤਾਂ ਮੈਚ ਹੋਣਾ ਚਾਹੀਦਾ। ਉਹ ਤੁਸੀਂ ਥੋੜਾ ਇਨਗਰੀਡੀਐਂਟ ਬਾਹਰ ਦਾ ਵੀ ਪਾ ਦਿਓ। ਇਬਤਦਾਈ ਇਸ਼ਕ ਜਿਹੜੀ ਹੈ ਸਾਡਾ ਗਲਤ ਹੈ। ਤੇ ਵੀ ਨੀਡ ਟੂ ਸਟਾਪ ਐਂਡ ਥੋੜਾ ਜਿਹਾ ਲੈ ਕੇ ਕਹੇ ਯਾ ਅੱਲਾ ਖੁਦਾ ਮਾਫ ਕਰੇ ਸਾਨੂੰ। ਹਾਊ ਇਜ਼ ਇਟ ਪੋਸੀਬਲ ਕਿ ਅੱਲਾ ਦਾ ਪਹਿਲਾ ਵਰਡ ਮੁਸਲਮਾਨ ਤੇ ਆਂਦਾ ਕਹਿੰਦਾ ਇਕਰਾ, ਪੜੋ, ਤੇ ਸਭ ਤੋਂ ਅਨਪੜ੍ਹ ਦੁਨੀਆ ਦੀ ਕੌਮ ਜਿਹੜੀ ਹੈ ਮੁਸਲਮਾਨ ਹੈ। ਅਸੀਂ ਨਹੀਂ ਪੜ੍ਹਨਾ,
ਸਾਨੂੰ ਕੋ ਮੌਲਵੀ ਆ ਕੇ ਸਿਖਾ ਕੇ ਕੁਝ ਕਹਿ ਦੇ, ਅਸੀਂ ਜਾ ਕੇ ਬਸ ਰੱਟਾ ਲਾਣਾ ਤੇ ਰੱਟੇ ਦੇ ਰੱਟਾ ਲਾਣ ਜਿਹੜਾ ਇਹ ਤਰੀਕਾ ਹੈ ਸਾਡੇ ਮਦਰਸਿਆਂ ਦਾ ਕਿ ਮਾਰ ਮਾਰ ਕੇ ਕੁੱਟ ਕੁੱਟ ਕੇ ਬੱਚਿਆਂ ਨੂੰ ਤੁਸੀਂ ਹਾਫਿਜ਼ ਬਣਾਉਂਦੇ ਹੋ, ਉਹਨੂੰ ਕੁਝ ਨਹੀਂ ਪਤਾ ਹੁੰਦਾ, ਉਹ ਬਸ ਬੋਲ ਦਿੰਦਾ। ਅਗਰ ਮੈਂ ਕਿਸੇ ਬੱਚੇ ਨੂੰ ਕਹਾਂ ਨਾ ਕਿ ਬਈ ਇਹ ਜਿਹੜਾ ਕੁਰਾਨ ਹੈ ਇਹ ਕਰੋਨੋਲੋਜੀ ਦਾ ਨਹੀਂ ਹੈ, ਕੁਰਾਨ ਖੋਲੋ ਤਾਂ ਪਹਿਲੀ ਸੂਰਤ ਇਕਰਾ ਰੱਬਿਕਾ ਨਹੀਂ ਆਂਦੀ, ਉਹ ਅਸੀਂ ਚੇਂਜ ਕੀਤਾ, ਉਹ ਉਹਨੂੰ ਪਿੱਛੇ ਲੈ ਗਏ ਆ, ਕਿਸੇ ਨੇ ਅੱਗੇ ਲੈ ਕੇ ਆ ਗਏ ਆ। His Hafizul Quran will become nothing. ऐसे स्टडी करना चाहिए, सवाल ते पूछना चाहिए। कुरान पढ़ना ज्यादा जरूरी है, ਉਹਨੂੰ ਸਮਝਣਾ ਔਰ ਉਹਦੇ ਤੇ ਅਮਲ ਕਰਨਾ ਜ਼ਿਆਦਾ ਜ਼ਰੂਰੀ ਬਜਾਏ ਇਸ ਦੇ ਕਿ ਰੱਟਾ ਨਾਲ ਤੁਸੀਂ not only that sir, ਇੱਕ ਗੱਲ ਹੈ ਕਿ ਇਹ ਆਇਤ ਆਈ ਇਹਦੇ ਟਾਈਮ ਤੇ ਕੀ ਹੋ ਰਿਹਾ ਸੀ, ਦੁਨੀਆ ਵਿੱਚ ਕੀ ਸੀ, ਮੱਕਾ ਮਦੀਨਾ ਵਿੱਚ ਕੀ ਹੋ ਰਿਹਾ ਸੀ, ਅਰਬ ਕੀ ਕਹਿੰਦੇ ਸਨ, ਉਹ ਜਿਹੜੇ ਇਰਾਨੀ ਨੇ ਜ਼ੋਰਾਸਟਰੀਅਨ ਸਨ ਉਹ ਕੀ ਕਹਿੰਦੇ ਸਨ, ਜਿਹੜਾ ਦਮਿਸ਼ਕ ਵਿੱਚ ਕ੍ਰਿਸਚੀਅਨ ਆਰਥੋਡਾਕਸ ਚਰਚ ਸੀ ਉਹ ਕੀ ਕਹਿੰਦਾ ਸੀ, ਇਹ ਕੰਟੈਕਸਟ ਦੇ ਬਗੈਰ ਅਸੀਂ ਐਵੇਂ ਹਾਲਤ ਸਾਡੀ ਵੇਖੋ ਨਾ। ਅਸੀਂ ਜਿਹੜੀ ਜਿਸ ਟਾਈਮ ਤੇ ਤੁਸੀਂ ਵੇਖੋ ਖੁੱਲੀ ਆਜ਼ਾਦੀ ਸੀ ਕਿ ਇਬਨ ਖਲਦੂਨ ਨੇ ਜਾਂ ਬਾਕੀ ਜਿਹੜੇ ਲੋਕਾਂ ਨੇ ਇਹ ਵੀ ਕਿਹਾ ਕਿ ਮੈਂ ਨਹੀਂ ਮੰਨਦਾ ਖੁਦਾ ਨੂੰ, ਹਾਂ ਅਨਲ ਹਕ ਕਹਿ ਕੇ ਮਨਸੂਰ ਹਲਾਜ ਆਇਆ ਬਗਦਾਦ ਵਿੱਚ, ਉਹਦੇ ਸਰ ਕੱਟ ਲਿਆ। ਲੇਕਿਨ ਉਹ ਟਾਈਮ ਤੇ ਇਹ ਟਾਈਮ ਵਿੱਚ ਫਰਕ ਹੈ ਕਿ ਜਿੱਦਾਂ ਮੁਤਜ਼ਲਾਈਟ ਜਿਹੜੇ ਹੁੰਦੇ ਸਨ, ਜਿਹੜੀ ਹਰ ਚੀਜ਼ ਦੇ ਅੰਦਰ ਬਹਿਸ ਕਰਦੇ ਸਨ ਕਿ ਇਹ ਕਿਉਂ ਹੈ, ਇਹ ਕਿਸ ਤਰ੍ਹਾਂ ਹੈ, the question ਕਿ ਵਾਈ, ਸਾਡੇ ਅੰਦਰ ਵਾਈ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। 2 ਮਿੰਟ ਵਿੱਚ ਕੁਫਰ ਦਾ ਇਲਜ਼ਾਮ ਲੱਗ ਜਾਂਦਾ ਹੈ, ਪੁੱਛਿਆ ਕਿਉਂ ਸਵਾਲ ਇਹਨੇ। ਮੈਂ ਹਰ ਮੌਲਵੀ ਤੋਂ ਜਾ ਕੇ ਪੁੱਛਿਆ ਮੈਨੂੰ ਦੱਸੋ ਤੇ ਸਹੀ ਇਹ ਕੁਰਾਨ ਦੀ ਜਿਹੜੀ ਅਰੇਂਜਮੈਂਟ ਹੈ ਕਿਉਂ ਚੇਂਜ ਕੀਤੀ। ਇੰਨਾ ਖੂਬਸੂਰਤ ਓਪਨਿੰਗ ਕੁਰਾਨ ਦਾ, ਇਕਰਾ ਬਿਰੱਬਿਕਾ, I created you from a clot of blood. Read in the name of the Lord who created you. है ਇਸ ਤੋਂ ਪਾਵਰਫੁਲ ਵਰਡ ਕੋਈ ਹੋ ਨਹੀਂ ਸਕਦਾ। ਅਸੀਂ ਉਹ ਸੂਰਤ ਦੇ ਅੰਦਰ ਫਿਰ ਚੇਂਜ ਕਰਕੇ ਮੀਨਿੰਗ ਆਪਣੇ ਈਸਾਈਆਂ ਤੇ ਯਹੂਦੀਆਂ ਤੇ ਕਿ ਜਿਹੜੇ ਰਸਤੇ ਤੋਂ ਰਹਿ ਗਏ ਨੇ ਜਾਂ ਜਿਹਦੇ ਉੱਤੇ ਤੇਰੀ ਲਾਨਤ ਹੈ ਉਹ ਇੰਟਰੋਡਿਊਸ ਕਰਤਾ। ਤੇ ਇਹ ਪੁੱਛਣ ਦਾ ਤੇ ਏਰੀਆ ਹੋਣਾ ਚਾਹੀਦਾ ਹੈ ਨਾ ਅਸੀਂ ਪੁੱਛਨੇ ਆ ਨਾ ਅਸੀਂ ਕਰਨੇ ਆ। ਮਾਂ ਪਿਓ ਭੇਜਦੇ ਨੇ ਉਸਤਾਨੀ ਦੇ ਕਾਰ ਜਾਂ ਮਸੀਤ ਕੁਰਾਨ ਪੜ੍ਹ ਕੇ ਆਓ, 30 ਪਾਰੇ ਪੜ੍ਹ ਲਿਆ। ਇਹ ਵੀ ਨਹੀਂ ਮੈਂ ਕਿਸੇ ਨੂੰ ਪੁੱਛਿਆ 30 ਪਾਰੇ ਕਿੱਥੋਂ ਆਏ ਨੇ, ਸੂਰਤਾਂ ਹੋਰ ਨੇ, ਪਾਰੇ ਹੋਰ ਨੇ, ਕਿੰਨੇ ਬਣਾਏ ਨੇ 30 ਪਾਰੇ, ਇਹ ਤੇ ਦੱਸ ਦਿਓ ਨਾ ਮੈਨੂੰ। ਅੱਜ ਤੱਕ ਨਹੀਂ ਕਿ ਜਵਾਬ ਦਿੱਤਾ। ਅਰਬਾਂ ਅੰਦਰ 30 ਪਾਰੇ ਨਹੀਂ ਹੁੰਦੇ ਨੇ, ਅਸੀਂ ਕੁਰਾਨ ਖਾਨੀਆਂ ਜਾ ਕੇ ਨਾ ਇੱਕ ਪਾਰਾ ਪੜ੍ਹ ਕੇ ਆ ਜਾਂਦੇ। ਵੀ ਡੋਂਟ ਇਵਨ ਨੋ ਕਿ ਅਸੀਂ ਕੀ ਪੜ੍ਹ ਰਹੇ। ਸਾਨੂੰ ਬਿਲਕੁਲ ਸਹੀ ਕਹਿ ਰਹੇ ਹੋ, ਪੜ੍ਹਨ ਦੀ ਉਹਨੂੰ ਸਮਝਣ ਦੀ ਜ਼ਰੂਰਤ ਹੈ, ਆਪਣੀ ਜ਼ਿੰਦਗੀ ਤੇ ਇੰਪਲੀਮੈਂਟ ਕਰਨ ਦੀ ਲੋੜ ਹੈ। ਅੱਛਾ ਤਾਰਕ ਸਾਹਿਬ, ਇਹ ਤੇ ਚਲੋ ਇੱਕ ਤੁਸੀਂ ਜਿਹੜਾ ਫਰੇਮਵਰਕ ਡਿਸਕਸ ਕਰਨ ਦੇ ਹੋ, ਇਹ ਜਿਹੜੀ ਮੌਜੂਦਾ ਲੀਡਰਸ਼ਿਪ ਹੈ ਇਸ ਟਾਈਮ ਅਰਬ ਵਰਲਡ ਦੀ, ਤੁਸੀਂ ਕੀ ਸਮਝਣ ਦੇ ਹੋ ਸਰ? ਇਹ ਜਿਹੜਾ ਮੁਸਲਿਮ ਆਈਡੈਂਟੀਟੀ ਹੈ ਜਿਹੜੀ ਕਿ ਇਹਨੂੰ ਕਿਆ ਇੰਟੈਕਟ ਕਰ ਸਕਦੇ ਨੇ? OIC ਵਿਖੜ ਜਾਵੇਗੀ ਜਾਂ ਅਗਲਾ ਜਿਹੜਾ ਲਾਇਆ ਅਮਲ ਹੈ ਉਹਦੇ ਵਿੱਚ ਸੁਣਿਆ UAE ਦਾ ਰੋਲ ਚੋਖਾ ਹੋਏਗਾ, ਸਾਊਦੀ ਅਰਬ ਪਿੱਛੇ ਆ ਜਾਏਗਾ ਤੇ ਬਾਕੀ ਜਿਹੜਾ ਟਰਕੀ, ਈਰਾਨ ਤੇ ਇਹ ਆਪਣੇ ਪਾਸੇ ਲੱਗੇ ਨੇ, ਇਹਨਾਂ ਦੀ ਕੀ ਸ਼ਕਲ ਬਣਨ ਰਹੀ ਹੈ ਸਰ? ਦੇਖੋ ਇੱਕ ਚੀਜ਼ ਇਹ ਸਮਝੋ ਕਿ ਤੁਰਕਾਂ ਨੇ ਅਰਬਾਂ ਤੇ 600 ਸਾਲ ਹੁਕੂਮਤ ਕੀਤੀ। ਅਸੀਂ ਜਿਸ ਚੀਜ਼ ਨੂੰ ਕਹਿੰਦੇ ਆ ਕਿ ਖਿਲਾਫਤ ਉਸਮਾਨੀਆ, ਉਹ ਅਰਬ ਜਿਹੜਾ ਸੀ ਗੁਲਾਮ ਸੀ ਤੁਰਕਾਂ ਦਾ। ਅਕ੍ਰੋਸ ਅਰੇਬੀਆ, ਪੂਰਾ ਮਿਸਰ ਦੀ ਜਗ੍ਹਾ ਜਿਹੜੀ ਹੈ, ਸੀਰੀਆ ਹੈ, ਇਰਾਕ ਹੈ, ਇਹ ਤੁਰਕਾਂ ਦੇ ਗੁਲਾਮ ਸਨ। ਸਾਨੂੰ ਕਿਸੇ ਨੇ ਦੱਸਿਆ ਕਿ 600 ਸਾਲ, ਅਸੀਂ ਬਰਤਾਨੀਆ ਦੇ 300 ਸਾਲ ਦੀ ਹੁਕੂਮਤ ਕਹਿੰਦੇ ਆ, 200 ਸਾਲ ਸਾਡੇ ਉੱਤੇ ਹੁਕੂਮਤ ਕੀਤੀ। ਤੁਸੀਂ ਸੋਚੋ ਕਿ ਤੁਰਕ ਆ ਕੇ ਯਮਨ ਤੇ ਕਬਜ਼ਾ ਕਰਕੇ ਬਹਿ ਜਾਏ, ਤੁਰਕੀ ਜ਼ਬਾਨ ਦਾ ਇੱਕ ਵਰਡ ਨਹੀਂ ਛੱਡ ਕੇ ਗਿਆ ਉੱਥੇ, ਸੋਮਾਲੀਆ ਤੱਕ ਚਲੇ ਗਏ। ਉਹ ਆਪਣਾ ਯੂਰਪ ਦੇ ਨਾਲ ਲੜਦਾ ਰਿਹਾ। ਯੂਰਪੀਅਨ ਪਾਵਰ ਜਿਹੜੇ ਸਨ ਉਹ ਇਰਾਨੀਆਂ ਨੂੰ ਫੰਡ ਕਰਦੇ ਸਨ ਕਿ ਇਹ ਤੁਰਕਾਂ ਦੀ ਫੌਜ ਥੋੜੀ ਜਿਹੀ ਈਸਟ ਤੇ ਵੀ ਲੱਗੀ ਰਹੇ। ਇਹ ਤੇ
ਅਗਰ ਤੁਸੀਂ ਹਿਸਟਰੀ ਪੜ੍ਹੋ, ਖਿਲਾਫਤ ਉਸਮਾਨੀਆ ਦੇ ਰਿਪਰੈਜ਼ੈਂਟੇਟਿਵ ਤੇ ਈਰਾਨ ਦੀ ਜਿਹੜੀ ਹਕੂਮਤ ਸੀ, ਇਹਦੇ ਡੈਲੀਗੇਟ ਜਾਂਦੇ ਸਨ, ਇੱਕ ਦੂਜੇ ਦੇ ਗਲੇ ਕੱਟ ਕੇ ਵਾਪਸ ਆ ਜਾਂਦੇ ਸਨ। ਅਸੀਂ ਜਿਹੜਾ ਗਰਦਨ ਕੱਟਣ ਦਾ ਕਲਚਰ ਹੈ, ਚਾਹੇ ਔਰੰਗਜ਼ੇਬ ਨੇ ਕੀਤਾ, 21 ਮੁਗਲ ਪੰਜਾਬੀ ਸੀ ਨਾ, ਦਾਰਾ ਸ਼ਿਕੋ, ਉਹਦੀ ਗਰਦਨ ਕੱਟ ਕੇ ਆਪਣੇ ਪਿਓ ਦੇ ਸਾਹਮਣੇ ਜਾ ਕੇ ਰੱਖ ਦਿੱਤੀ, ਠੁੱਡਾ ਮਾਰ ਕੇ। ਉਹਨੂੰ ਅਸੀਂ ਕਹਿੰਦੇ ਹਾਂ ਔਰੰਗਜ਼ੇਬ ਨੂੰ ਵਲੀ। ਉਹ ਮਰਡਰ ਵਰਸਟ ਕ੍ਰਾਈਮ ਇਨ ਅੰਡਰ ਐਨੀ ਲਾਅ, ਕਿਸੇ ਦੁਨੀਆ ਦਾ ਕਾਨੂੰਨ ਵੇਖੋ, ਮਰਡਰ ਜਿਹੜਾ ਹੈ ਉਹ ਲਾਸਟ ਕ੍ਰਾਈਮ ਹੈ, ਉਸ ਤੋਂ ਮਾਫੀ ਨਹੀਂ ਕੋਈ। ਅਸੀਂ ਉਹਨੂੰ, ਜਿਹਨੇ ਮਰਡਰ ਕੀਤਾ ਉਹਨੂੰ ਬਲੀ ਬਣਾਤਾ। ਉਹ ਔਰੰਗਜ਼ੇਬ, ਬੱਚਿਆਂ ਦੇ ਨਾਂ ਰੱਖਦੇ ਅਸੀਂ ਔਰੰਗਜ਼ੇਬ। ਉਹ ਖੁਦਾ ਦਾ ਖੌਫ ਕਰੋ, ਉਹ ਕਾਤਿਲ, ਉਹਨੇ ਹਜ ਨਹੀਂ ਕੀਤਾ। ਇੰਡੀਆ 'ਚ ਪਹਿਲੀ ਮਸਜਿਦ ਸੀ, ਉਹਨੇ ਕਹਾ ਉੱਥੇ ਕੌਣ ਜਾਏਗਾ ਯਾਰ, ਸਾਰੇ ਕਾਲੇ ਰਹਿੰਦੇ ਨੇ। ਇੱਕ ਇੰਡੀਆ ਦਾ ਸੁਲਤਾਨ, ਰੂਲਰ, ਚਾਹੇ ਪੰਜਾਬ ਤੋਂ ਹੋ, ਬਿਹਾਰ ਤੋਂ ਯੂਪੀ ਤੱਕ, ਨਹੀਂ ਗਿਆ ਉੱਥੇ ਕੇਰਲਾ। ਜਿਹੜੀ ਪਹਿਲੀ ਮਸਜਿਦ ਹੈ ਅਰਬ ਦੁਨੀਆ ਦੇ ਬਾਹਰ, ਉਹ ਇੱਕ ਹਿੰਦੂ ਬਾਦਸ਼ਾਹ ਜਿਹੜਾ ਗਿਆ, ਪ੍ਰੋਫਿਟ ਸਾਡੇ ਤੇ ਬੈਤ ਲੈ ਕੇ ਆਇਆ, ਉਹਨੇ ਜ਼ਮੀਨ ਦਿੱਤੀ ਤੇ ਉਹ ਜ਼ਮੀਨ ਦੇ ਉੱਤੇ ਮਸਜਿਦ ਬਣੀ, ਜਿਹੜੀ ਕੋਚਿਨ ਦੇ ਅੰਦਰ ਹੈ। ਉਹ ਕੋਈ ਗਿਆ ਹੀ ਨਹੀਂ ਮਿਲਣ, ਸਿਵਾਏ ਆਪਣੇ ਇੰਡੀਆ ਦੇ ਪ੍ਰੈਜ਼ੀਡੈਂਟ ਸਨ, ਆਪਣੇ ਅਬਦੁਲ ਕਲਾਮ, ਜਿਹੜਾ ਨਿਊਕਲੀਅਰ ਉਹਨਾਂ ਦਾ ਸਾਇੰਟਿਸਟ ਹੈ, is the first head of state to visit that। ਜਾਂ ਹੁਣ ਮੋਦੀ ਜੀ ਸਾਊਦੀ ਅਰੇਬੀਆ ਦੇ ਕਿੰਗ ਨੂੰ ਉਹਨਾਂ ਨੇ ਉਸ ਮਸਜਿਦ ਦਾ ਨਾ ਗੋਲਡ ਦਾ ਸੈਂਪਲ ਬਣਾ ਕੇ ਦਿੱਤਾ। ਤੇ ਸਾਡੀ ਹਰਕਤਾਂ ਤੇ ਵੇਖੋ, ਅਸੀਂ ਜਾ ਕੇ ਬਸ ਉਹ ਜਿਹੜੀ ਦਿੱਲੀ 'ਚ ਕਿਹੜੀ ਮਸਜਿਦ ਹੈ, ਕਤਲ ਬਹੁਤ ਹੋਏ ਨੇ, ਉਹਨੂੰ ਕੁਵਤ-ਏ-ਇਸਲਾਮ ਮॉस्क, ਉੱਥੇ खड़े होके एक बंदा, ये सर जो कुतुब मीनार है ना, इसमें 26 हिंदू टेंपल को ना तोड़ के हमारे लोगों ने, वो दिल्ली में बैठ के मुसलमान मैनू दस रहे, बेचारे हिंदू चुप करके सुन रहे ने। ਅਸੀਂ 26 ਟੈਂਪਲ, ਹਿੰਦੂ ਟੈਂਪਲ ਤੋੜ ਕੇ ਕੁਤਬ ਮੀਨਾਰ ਬਣਾਤਾ ਤੇ ਉਫ ਵੀ ਨਹੀਂ ਕਰਦੇ ਅਸੀਂ। ਸਾਡਾ ਮਜ਼ਹਬ ਜਿਹੜਾ ਇੰਡੀਆ 'ਚ ਆਇਆ ਹੈ, ਇਹ ਤੇ ਵੇਖੋ ਨਾ ਕਿ ਮੇਰੇ ਕੋਲ ਇੱਥੇ ਹੀ ਕਿਤਾਬ ਸੀ, ਉਹ ਆਇਆ ਸਾਰਾ ਥੱਲੇ ਮਦਰਾਸ, ਤਾਮਿਲਨਾਡੂ, ਸ਼੍ਰੀਲੰਕਾ ਤੇ ਕੇਰਲਾ ਦੇ। ਅਸੀਂ ਬਿਲਕੁਲ, ਕਿਉਂਕਿ ਉਹਨਾਂ ਦੇ ਰੰਗ ਕਾਲੇ ਨੇ, ਅਸੀਂ ਨਹੀਂ ਪੜ੍ਹਨਾ। ਸਾਨੂੰ ਇਹ ਨਹੀਂ ਪਤਾ ਬੰਗਾਲ ਜਿਹਦਾ ਕੋਈ ਬਾਰਡਰ ਨਹੀਂ ਮਿਲਦਾ ਕਿਸੇ ਮੁਸਲਿਮ ਕੰਟਰੀ ਤੋਂ, ਉਹ ਮੁਸਲਮਾਨ ਕਿਸ ਤਰ੍ਹਾਂ ਹੋਏ? ਉਹ ਤਿਜਾਰਤ ਤੋਂ ਹੋਏ ਨਾ। ਲੋਕੀ ਕਹਿੰਦੇ ਸੀ ਮੁਸਲਮਾਨ ਨੂੰ ਟਰਸਟ ਕਰੋ, ਮੁਸਲਮਾਨ ਜਿਹੜਾ ਹੈ ਬੇਈਮਾਨ ਹੋ ਹੀ ਨਹੀਂ ਸਕਦਾ। ਮੈਨੂੰ ਰੋਮੇਨੀਆ ਤੱਕ ਤੋਂ ਇੱਕ ਬਜ਼ੁਰਗ ਬੰਦਾ ਸੀ ਇੱਥੇ, ਉਹਨੇ ਟ੍ਰੇਨ ਤੇ ਰੋਕ ਕੇ ਕਿਹਾ, ਮਿਸਟਰ ਫਤਿਹ, ਆਈ ਵਾਂਟ ਟੂ ਟਾਕ ਟੂ ਯੂ। ਕਹਿੰਦੇ ਉਹ ਸੈਕੰਡ ਵਰਲਡ ਵਾਰ ਤੋਂ ਪਹਿਲੇ ਸਾਡੇ ਗਾਂव ਵਿੱਚ ਇੱਕ ਮੁਸਲਮਾਨ ਦੀ ਦੁਕਾਨ ਸੀ, ਪੇਰੈਂਟਸ ਵੁੱਡ ਸੇ ਕਿ ਉਧਰ ਜਾਓ, ਬੇਈਮਾਨੀ ਨਹੀਂ ਕਰਦਾ। ਹੁਣ ਕਹਿੰਦੇ ਨੇ ਬਚਣਾ ਮੁਸਲਮਾਨ ਦੀ ਦੁਕਾਨ ਹੈ, ਬੰਬ ਸ਼ਮ ਨਾ ਚੱਲ ਜਾਏ। ਇਹ ਚੇਂਜ ਅਸੀਂ ਕੀਤਾ ਨਾ। ਅਸੀਂ ਬੁੱਧਿਸਟ ਦੀ ਤਰ੍ਹਾਂ ਅਸੀਂ ਕਿਉਂ ਨਹੀਂ ਅਮਨ ਦੀ ਪੈਰਵੀ ਕਰਦੇ ਨੇ? ਤੁਸੀਂ ਮਾਰਨਾ ਮੈਨੂੰ, ਚਲੋ ਮਾਰੋ, ਮੈਂ ਭੁੱਖ ਹੜਤਾਲ ਕਰ ਲੈਣਾ, ਕੀ ਕਰ ਲਓਗੇ ਤੁਸੀਂ? ਅਸੀਂ ਤੇ ਜੀਣ ਨਹੀਂ ਦਿੰਦੇ। ਉਹ ਵੇਖੋ ਮੁਲਤਾਨ ਵਿੱਚ ਕੀ ਹੋ ਰਿਹਾ, ਉਧਰ ਹਰ ਜਗ੍ਹਾ ਦੁੱਖ ਹੈ। ਈਰਾਨ ਵਿੱਚ ਵੇਖੋ, ਉਧਰ ਵੀ ਹੈ, ਅਫਗਾਨਿਸਤਾਨ ਵੇਖੋ, 30-35 ਲੋਕੀ ਤੇ ਐਵੇਂ ਹੀ ਮਾਰ ਦਿੰਦੇ ਅਸੀਂ। ਦਿਸ ਇਜ਼ ਟੈਰੇਬਲ। ਔਰ ਜਦ ਤੱਕ ਹੋਸ਼ ਨਹੀਂ ਸਾਨੂੰ ਆਏਗੀ ਨਾ। ਤੁਸੀਂ ਸਵਾਲ ਕੀਤਾ ਸੀ ਕਿ ਅਰਬ ਦੁਨੀਆ ਦਾ, ਉਹਨਾਂ ਨੂੰ ਇਹ ਸਮਝ ਆਈ ਹੈ ਕਿ ਅਸੀਂ ਰਹਿ ਗਏ ਪਿੱਛੇ। ਅੱਛਾ, ਉਹ ਮੈਂ ਦੱਸਾਂ ਕਿ ਕਿਉਂ ਇਸ ਤਰ੍ਹਾਂ ਹੋਇਆ। ਇਹ ਪਿਛਲੇ 30-40 ਸਾਲ ਵਿੱਚ ਨਾ ਅਰਬ ਜਿਹੜੀ ਰਿਚ ਫੈਮਿਲੀਜ਼ ਨੇ, ਉਹਨਾਂ ਦੀ ਕੁੜੀਆਂ ਗਈਆਂ ਨੇ ਅਮਰੀਕਾ ਪੜ੍ਹਨ। ਉਹਨੇ ਉੱਥੇ BA ਕੀਤਾ, ਮਾਸਟਰਸ ਕੀਤਾ, ਵਾਪਿਸ ਆਉਣ ਦਾ ਜੀ ਨਹੀਂ ਚਾਹੁੰਦਾ। ਅੱਛਾ, ਇੰਜੀਨੀਅਰਿੰਗ ਸਾਇੰਸ ਹੈ, ਪੜ੍ਹਨ ਤਾਂ ਮੁਸ਼ਕਿਲ ਹੁੰਦਾ ਹੈ ਨਾ। ਲੇਕਿਨ ਇਫ ਯੂ ਆਰ ਰੀਡਿੰਗ, ਤੁਸੀਂ ਪੜ੍ਹ ਰਹੇ ਹੋ ਪੋਲੀਟੀਕਲ ਸਾਇੰਸ ਜਾਂ ਸੋਸ਼ੀਓਲੋਜੀ ਜਾਂ ਹਿਸਟਰੀ, ਇਹ ਆਸਾਨ ਹੁੰਦੇ ਨੇ। ਲੇਕਿਨ ਇਹ ਆਸਾਨ ਸਬਜੈਕਟ ਦੇ ਓਪਨ ਯੋਰ ਮਾਈਂਡ। ਮਰਦ ਸਾਰੇ ਇੰਜੀਨੀਅਰਿੰਗ ਪੜ੍ਹ ਰਹੇ ਨੇ, ਕੁੜੀਆਂ ਜਿੰਨੀਆਂ ਨੇ ਉਹ ਆਰਟਸ ਲੈਂਦੀਆਂ ਨੇ। ਦੈਟ ਇਜ਼ ਵਾਈ ਦੇ ਆਰ ਆਲਵੇਜ਼ ਸਮਾਰਟਰ ਦੈਨ ਦ ਮੈਨ। ਤੇ ਇਹ ਜਿਹੜੀ ਬੱਚੀਆਂ ਆਈਆਂ ਨੇ, ਇਹ ਪ੍ਰਿੰਸ ਸਲਮਾਨ ਦੀ, ਜਿਸ ਮੁਹੰਮਦ ਬਿਨ ਸਲਮਾਨ ਦੀ ਮਾਂ ਨੂੰ ਵੇਖੋ, ਇਹ ਤੇ ਬਾਹਰ ਦੇ ਪੜ੍ਹੇ ਕੁੜੀਆਂ ਨੇ,
they became mothers, they have children. If your mother is educated, for example, ਉਹਨੇ ਮਾਸਟਰਸ ਐਂਥਰੋਪੋਲੋਜੀ ਚ ਕੀਤੀ ਹੈ ਤੇ ਬੱਚਾ ਕੁਝ ਤੇ ਠੀਕ ਹੋਏਗਾ ਨਾ ਸਰ। ਇਹ ਬਹੁਤ ਵੱਡੀ ਚੀਜ਼ ਹੋਈ ਹੈ ਉੱਥੇ ਕਿ the women got educated in the west and came back। ਮਰਦ ਜਿਹੜਾ ਹੈ ਉੱਥੇ ਰੰਗਰਲੀਆਂ ਮਨਾਉਣ ਜਾਂਦਾ, ਹਲੋ ਜੀ ਵਕੇਸ਼ਨ ਹੋ ਗਿਆ, ਚਲੋ ਕਲੱਬ ਚਲਬ ਜਾਈਏ। ਕੁੜੀਆਂ ਜਿਹੜੇ ਬੈਠੀਆਂ ਹੋਸਟਲ ਵਿੱਚ ਉਹ ਪੜ੍ਹ ਲਿਖ ਕੇ ਆ ਜਾਂਦੀਆਂ। Saudi Arabia zyada women have gotten Western education than men, because they have within their culture, they're applying time, trying to stay out and then go back. So a difference hai। Turkey reverse ho gaya कि चंगा भला मुल्क ਉਹ ਜਾ ਰਿਹਾ ਸੀ ਅਤਾਤੁਰਕ ਦੇ ਸਟਾਈਲ ਤੋਂ ਕਿ ਇਸਲਾਮ ਵੀ ਹੈ, ਤਰੱਕੀ ਵੀ ਹੈ, ਸਾਇੰਸ ਵੀ ਹੈ, ਮਾਡਰਨਿਜ਼ਮ ਵੀ ਹੈ, ਪੋਇਟਰੀ ਸਭ ਕੁਝ ਹੈ। ਲੇਕਿਨ ਇਹ ਇਖਵਾਨ ਮੁਸਲਿਮੀਨ ਫੇਰ ਆ ਗਈ। ਉਹ ਜਿਹੜਾ ਅਤਾਤੁਰਕ ਦੀ ਸੈਂਟੈਨੀਅਲ ਹੈ 100 ਸਾਲ 2023 ਚ ਆਏਗੀ। ਉਹ ਦੇ ਡੋਂਟ ਵਾਂਟ ਕਿ ਸੈਂਟੈਨੀਅਲ ਹੋਏ ਉਹਦੀ, ਕਿ ਉਹ ਮਾਡਲ ਜਿਸ ਤਰ੍ਹਾਂ ਅਸੀਂ ਪਾਕਿਸਤਾਨ ਵਿੱਚ ਵੀ ਅਤਾਤੁਰਕ ਦੀ ਬੜੀ ਰਿਸਪੈਕਟ ਕਰਦੇ ਸਾਂ ਕਿ ਉਹਨਾਂ ਮੁਸਲਮਾਨਾਂ ਨੂੰ ਚੁੱਕ ਕੇ ਥੋੜੀ ਪੋਜੀਸ਼ਨ ਦਿੱਤੀ ਹੈ। ਜੈਸੇ ਮਹਾਤਿਰ ਮੁਹੰਮਦ ਨੇ ਵੀ ਥੋੜਾ ਜਿਹਾ ਕੀਤਾ, ਅਸੀਂ ਉਹਨੂੰ ਵੇਖਦੇ ਸਾਂ, ਉਹਨੂੰ ਹੀ ਮਿਟਾ ਦਿਓ ਹੁਣ ਕੀ ਬਚੇਗਾ। ਅਰਤਗਾਲ ਉਹ ਤੁਹਾਡਾ ਪ੍ਰਾਈਮ ਮਿਨਿਸਟਰ ਕਹਿੰਦਾ ਟਰਕਿਸ਼ ਡਰਾਮੇ ਵੇਖੋ। ਬਈ ਤੁਸੀਂ ਪੰਜਾਬੀ ਬਣਾਓ ਡਰਾਮੇ ਤੇ ਬਣਨਗੇ ਨਾ। ਟਰਕੀ ਦੇ ਅੰਦਰ ਡਰਾਮਾ ਗ੍ਰੀਕ ਲੈਂਗੁਏਜ ਤੇ ਨਹੀਂ ਹੁੰਦਾ। ਤੁਸੀਂ ਕਹਿ ਰਹੇ ਹੋ ਕਿ ਤੁਰਕੀ ਦਾ ਡਰਾਮਾ ਚਲਾਓ ਪਾਕਿਸਤਾਨ, ਉਹ ਤੁਸੀਂ ਆਪਣੇ ਕਿਉਂ ਨਹੀਂ ਪੰਜਾਬੀ ਚ ਬਣਾਉਂਦੇ ਡਰਾਮੇ? ਅਸਾਂ ਤੇ ਮੁਕਾ ਹੀ ਦਿੱਤੇ ਨੇ ਸਰ। ਸਾਡਾ ਜਿਹੜਾ ਸਾਡੀ ਤੇ ਜਿਹੜੀ ਪੰਜਾਬੀ ਹੈ ਉਹ ਵੇਖੋ 11 ਕਰੋੜ ਦਾ ਸੂਬਾ ਹੈ ਪੰਜਾਬ ਪਾਕਿਸਤਾਨ ਦੇ ਵਿੱਚ, ਤੇ ਸਾਡੀ ਪੰਜਾਬੀ ਦਾ ਸ਼ਾਮ ਨੂੰ ਮੇਰੇ ਹਾਲੇ ਇੱਕ ਅੱਧਾ ਕੋਈ ਸ਼ੋਅ ਹੁੰਦਾ ਹੈ, ਕਿਸੇ ਨੂੰ ਪਤਾ ਹੀ ਨਹੀਂ ਪੰਜਾਬੀ। ਅਸਾਂ ਅਨਫੋਰਚੂਨੇਟਲੀ ਜਿਹੜੀ ਚੀਜ਼ ਦਾ ਮੈਨੂੰ ਦੁੱਖ ਹੈ ਔਰ ਮੈਂ ਸਮਝਦਾ ਕਿ ਜਿਹੜਾ ਸਾਨੂੰ ਨੁਕਸਾਨ ਹੋਇਆ ਪਿਛਲੇ 12-15 ਸਾਲ ਟੈਕਨੋਲੋਜੀ ਦੇ ਆਉਣ ਦੀ ਵਜ੍ਹਾ ਨਾਲ ਸੀਡੀਆਂ, ਅਸਾਂ ਪੰਜਾਬੀ ਚੋਂ ਮੁਜਰੇ ਤੇ ਉਹ ਪੰਜਾਬੀ ਡਰਾਮੇ ਬਣਾਉਣੇ ਸ਼ੁਰੂ ਕਰਤੇ। ਉਹ ਫੜ ਕੇ ਤਬਾਹੀ ਕਰਤੀ ਸਾਡੀ। ਉਹ ਪੰਜਾਬੀ ਜ਼ਬਾਨ ਹੈਜ਼ ਬਿਕਮ ਦੀ ਲੈਂਗੁਏਜ ਆਫ ਵਲਗਰ ਹਿਊਮਰ। ਉਹ ਇਸ ਤਰ੍ਹਾਂ ਦੀ ਗੱਲਾਂ ਹੋ ਰਹੀਆਂ ਨੇ ਸਟੇਜ ਤੇ ਕਿ ਡਰ ਜਾਂਦੇ ਕਿ ਇਹ ਹੀਰਾ ਮੰਡੀ ਤੁਸੀਂ ਲੈ ਕੇ ਟੀਵੀ ਸਟੇਸ਼ਨ ਤੇ ਆ ਗਏ ਹੋ। ਉਹ ਪੂਰਾ ਡਰਾਮਾ। ਲੋਕ ਆਪਣੀ ਧੀਆਂ ਭੈਣਾਂ ਨਾਲ ਡਰਾਮੇ ਨਹੀਂ ਵੇਖ ਸਕਦੇ, ਉਹ ਗੱਲਾਂ ਨਹੀਂ ਵੇਖ ਸਕਦੇ। ਆਈ ਨੋ, ਐਂਡ ਦਿਸ ਇਜ਼ ਹਿਊਮਰ ਸਰ। ਜਦ ਤੱਕ ਮਾਂ ਬੋਲੀ ਦੀ ਇੱਜ਼ਤ ਨਹੀਂ ਹੋਏਗੀ, ਜਦ ਤੱਕ ਯੂਨੈਸਕੋ ਕਹਿੰਦਾ ਹੈ ਕਿ ਬੱਚਾ ਪੜ੍ਹ ਲਿਖ ਨਹੀਂ ਸਕਦਾ, ਜਦ ਤੱਕ ਉਹਦੀ ਟ੍ਰੇਨਿੰਗ ਫਰਸਟ ਟ੍ਰੇਨਿੰਗ ਮਦਰ ਟੰਗ ਵਿੱਚ ਹੋਏ, then he knows ਕਿ ਉਹਨੂੰ ਕੋਈ ਪ੍ਰੈਸ਼ਰ ਨਹੀਂ ਹੈ ਕਿ ਨੌਕਰ ਦੇ ਨਾਲ ਗੱਲ ਹੋਰ ਕਰਨੀ, ਅੱਬਾ ਦੇ ਨਾਲ ਫਾਰਸੀ ਵਿੱਚ ਤੇ ਮਾਂ ਦੇ ਨਾਲ ਉਰਦੂ ਵਿੱਚ। ਇੱਕ ਪੂਰੀ ਅਸੀਂ ਹਾਇਰਾਰਕੀ ਬਣਾਈ ਨਾ। ਟੌਪ ਫਲਾਈਟ F-16 ਜਿਹੜੀ ਅਰਬਿਕ ਹੈ, ਫਿਰ ਪਰਸ਼ੀਅਨ ਆਂਦੀ ਹੈ, ਟਰਕੀ ਸਾਈਡ ਤੋਂ ਨਿਕਲ ਆਂਦਾ। ਉਰਦੂ ਜਿਹੜਾ ਹੈ ਸਾਡੇ ਨੌਕਰਾਂ ਨੂੰ ਵਿਰਸੇ ਚ ਮਿਲਿਆ ਕਿ ਤੁਸੀਂ ਨਾ ਤੇ ਅਰਬੀ ਬੋਲ ਸਕਦੇ ਹੋ ਨਾ ਫਾਰਸੀ। ਇਹ ਰਾਤ ਦਾ ਖਾਣਾ ਬਚਿਆ ਹੈ ਖਾ ਲੈਣਾ, ਲੈ ਜਾ ਕੇ ਬੱਚਿਆਂ ਨੂੰ ਖਿਲਾ ਦਿਓ। ਅਸੀਂ ਤੇ ਭੁੱਖੇ ਨੰਗੇ ਹੋ ਗਏ ਹਾਂ, ਆਪਣੀ ਜ਼ਬਾਨ ਮਾਰ ਕੇ ਅਸੀਂ ਬੜੇ ਖੁਸ਼ ਹਾਂ। ਤੇ ਫਿਰ ਤੁਹਾਡੀ ਅਪਰ ਮਿਡਲ ਕਲਾਸ ਜਿਹੜੀ ਔਰਤਾਂ ਨੇ ਉਹਨਾਂ ਦੀ ਗੁਫ਼ਤਗੂ ਸੁਣੋ। ਲਾਹੌਰ ਕੀ ਸੀ ਬੁੱਕ ਸ਼ੋ ਸਮਥਿੰਗ, ਕੋਈ ਇੱਕ ਲਫ਼ਜ਼ ਜਿਹੜਾ ਪੰਜਾਬੀ ਚ ਲਾਹੌਰ ਬੁੱਕ ਸ਼ੋ ਚ ਕਦੀ ਕੋਈ ਕਹਿ ਸਕੇ। ਚਸ਼ਮੇ ਸਰ ਤੇ ਲਾਏ ਇਸ ਤਰ੍ਹਾਂ ਹੈ ਤੇ ਸ਼ੁਰੂ ਹੋ ਜਾਂਦਾ ਇੰਟੈਲੈਕਚੁਅਲ ਬੰਦਾ। ਉਹਨੂੰ ਕੁਝ ਕਰਨ ਦੀ ਜ਼ਰੂਰਤ ਨਹੀਂ ਹੈ, ਸਰ ਤੇ ਚਸ਼ਮਾ ਲਾ ਕੇ ਬਸ ਖੜੀ ਹੋ ਜਾਏ ਉੱਥੇ ਤੇ ਅੰਗਰੇਜ਼ੀ ਦੇ ਅੰਦਰ ਉਰਦੂ ਸਿਖਾਏ ਸਾਨੂੰ। ਪੰਜਾਬ ਹੈਜ਼ ਅ ਵੈਰੀ ਰਿਚ ਕਲਚਰ। ਉਹ ਖੁਦਾ ਦੇ ਵਾਸਤੇ ਪੰਜਾਬੀ ਬੋਲੋ ਤੇ ਕਲਚਰ ਆਏਗਾ। and they are not doing anything. Arabs, ਉਹਨਾਂ ਨੂੰ ਪਤਾ ਨਹੀਂ ਜ਼ਬਾਨ ਕੀ ਹੈ, ਉਹਦੇ ਚ ਪੜ੍ਹਦੇ ਵੀ ਨੇ। and there will be renaissance। UAE ਨੂੰ ਤੁਸੀਂ ਕੁਝ ਵੀ ਕਹੋ, ਉਹਨਾਂ ਨੇ ਆਪਣਾ ਦਿਮਾਗ ਖੋਲਿਆ। ਉਹਨੇ ਕਿਹਾ ਇਹ ਟੈਕਨੋਲੋਜੀ ਸਾਰੇ ਰਸਤੇ ਜਿੱਥੇ ਨੇ ਉਧਰੋਂ ਸਿੱਖ ਸਕਦੇ ਹਾਂ ਅਸੀਂ, ਤੁਰਕੀ ਸਾਨੂੰ ਨਹੀਂ ਸਿਖਾਏਗਾ ਨਾ ਪਾਕਿਸਤਾਨ। ਸਾਰਾ ਇਨਵੈਸਟ ਕਰਕੇ ਦੇਖ ਚੁੱਕੇ ਨੇ। ਇੱਥੇ ਪਾਗਲਖਾਨਾ ਹੈ, ਪਾਗਲਖਾਨੇ ਚ ਉਹੀ ਆਪਣੇ ਮੰਟੋ ਸਾਹਿਬ ਦਾ ਕੀ ਡਰਾਮਾ ਸੀ ਟੋਬਾ ਟੇਕ ਸਿੰਘ ਕਿ ਇੱਥੇ ਪਾਗਲਖਾਨਾ ਹੈ, ਮੁਸਲਮਾਨ ਪਾਗਲ ਨੇ ਜਾਂ ਦੂਜੇ ਪਾਗਲ।
they have suddenly realized over 20-30 years कि लोकी आंदे ने बिजनेस करते ने, ना चोरी ना फकीरी ना कोई असली इस्लामिक माहौल बनाता उत्थे। देखो ना सऊदी अरेबिया भी हुण यूएई दे पिछे जा रहा है। इजराइल दे नाल मैं तुसी पुछया भी सी, देखो 1947 में दो मुल्क पार्टीशन हुए, ब्रिटिश इंडिया ते ब्रिटिश पैलेस्टाइन। फर्क है एक नू यूनाइटेड नेशंस ने अप्रूव किया, दूजे नू यूनाइटेड नेशन का पता ही नहीं सी। ब्रिटिश इंडिया का जिहड़ा पार्टीशन है वो ब्रिटेन ने डिसाइड किया, दोनों मुल्कों ने किया, कोई 1 करोड़ बंदा मर गया मारपीट विच। अरब मुल्कों ने, इस्लामिक मुल्कों ने पाकिस्तान को रिकग्नाइज कर लिया। 2 महीने बाद ब्रिटिश पैलेस्टाइन यूनाइटेड नेशंस वोट दे अंदर पार्टीशन होंदा, अरब पैलेस्टाइन ते जूश पैलेस्टाइन, ते जिदे अंदर जेरूसलम जिहड़ा है वो इंटरनेशनल यूएन सिटी कहलाई जाती कि उसके उत्तर ना अरबां की हुकूमत होनी ना यहूदियों की, उत्थे यूनाइटेड नेशन की होएगी। इजराइल ने कहा बिस्मिल्लाह करो, शुरू करो। उस टाइम ते जिहड़ा अरब पैलेस्टाइन सी, तुसी अज वेखो अगर उन्होंने एक्सेप्ट कर लिया हुंदा, इट वाज अ मच बिगर कंट्री, लेकिन 14 मुल्कों ने हमला करता इजराइल ते। वही मुल्क जिन्होंने कहा कि पार्टीशन ऑफ इंडिया इज वेरी गुड फॉर अस, कि अगर उसे इस्लामी मुल्क बनाया जाए, उन्होंने कह दिया ना यहूदियां नू ना असीं रहन देना ना जीण देना। 14 मुल्कों ने हमला किया, 1948 तक सारी एक कंट्री ने सब नू डिफीट करता। तद ही होश आ जाना सी। एक ब्रिटिश कर्नल ने किताब लिखी, जॉर्डन के अंदर इंप्लॉयड सी, जॉन ग्लब ओहदा नाम है। उन्हें क्या प्लाटून टू प्लाटून, चाहे इजरायली हो चाहे अरब हो, इक्वल होंदे ने। जदों बटालियन लेवल ते जांदे ने, मैनेजमेंट जिथे आंदी है उत्थे अरब कुछ नहीं कर सकता। और नहीं कर सकता कि 5 प्लाटूनां नूं एक टाइम ते एक अफसर कैप्टन डिप्लॉय करे या मेजर लेवल का बंदा। इजरायली जिहड़ा है वो सब सीख के, ओपन माइंड तो वॉरफेयर सीख के उन्हें फैंटी लाई 48 इंच हारिया, 56 इंच हारे, 67 इंच सफाया हो गया। हर टाइम ते कोई 3-3, 4-4, 5-5, 6-6 मुल्कों ने हमला किया। 67 इंच इराक की फौज आई आन तो पहले, गोली चलाने तो पहले सरेंडर हो गई थी। पूरा इजराइल ने की किया कि साडी पॉपुलेशन कम है, औरतां फौज जान गई, डबल हो गई फौज। असी अज तक नहीं सोच सकते कि कोई साडी बच्ची है या भैन है वो फौज जाके राइफल फड़े। उन्होंने कोल सिंपल प्रॉब्लम सी, पॉपुलेशन कम सी, उन्होंने कहा औरतां नूं फाइटिंग सिखाओ, फौज डबल हो गई। साडी मत मारी, असी तो यही कह रहे हैं कि 4 बीवियां होनी चाहिए ने, 3 होनी चाहिए ने, कितनी होनी चाहिए ने, शिया मुसलमान है दे नहीं है, अहमदी नूं की करिए असी। जद मुसलमान शिया नूं नहीं मुसलमान एक्सेप्ट करता, तो उन्होंने इजराइल नूं की एक्सेप्ट करना। अगर होंदे कोई समझो 20-25 शिया मुल्क, उन्होंने तो फैंटी लानी सी इन्हां दी, क्योंकि दे आर माइनॉरिटी। और पाकिस्तान भी शिया नहीं बनाया। तुसी स्टडी करोगे, जेड़ा नाम नजर आएगा रिजवी सिद्दीकी, और जिन्हां तक भी शिया सी, देखो बंदा शिया मर गया, उहदी सुन्नी नमाज जनाजा पढ़ाता, कितनी ज्यादती है। और सुनिया कि ਉਹਦਾ ਜਿਹੜਾ ਜਨਾਜ਼ਾ ਸੀ ਉਹ ਇੱਕ ਫ੍ਰੈਂਚ ਹਿਸਟੋਰੀਅਨ ਸੀ, ਮੈਨੂੰ ਤਾਂ ਨਾਂ ਭੁੱਲ ਗਿਆ, ਉਹਨੇ ਕਰਾਚੀ ਰਹਿ ਕੇ ਸਟੱਡੀ ਕੀਤੀ ਸੀ। ਉਹਨੇ ਕਿਹਾ ਫਿਰ ਜਨਾਹ ਦਾ ਜਨਾਜ਼ਾ ਜਿਹੜਾ ਸੀ ਆਫੀਸ਼ੀਅਲੀ ਸੁਨੀਆਂ ਲਾ ਹੋਇਆ ਸੀ, ਲੇਕਿਨ ਅੰਦਰ ਗਵਰਨਰ ਹਾਊਸ ਦੇ ਅੰਦਰ ਸ਼ੀਆਂ ਲਾ ਪੜਿਆ ਗਿਆ ਸੀ। ਬਿਲਕੁਲ, that is true। ਉਹਦੀ ਜੇ ਅੱਛਾ ਇਹ ਵੀ ਤਮਾਸ਼ਾ ਵੇਖੋ, ਜਿਹੜੀ ਉਹਦੀ ਸਿਸਟਰ ਅੰਗਰੇਜ਼ੀ ਬੋਲਦੀ ਸੀ ਨਾ, ਉਹ ਵੈਸਟਰਨ ਏਸ਼ੀਆ ਸੀ, ਫਾਤਮਾ ਜਿਹੜਾ, ਜਿਹੜੀ इंग्लिश नहीं बोलती सी, उन्होंने कहा परे रखो इनू, किसी को पता ही नहीं था शीरीन बाई कौन है। और क्योंकि सिर्फ गुजराती ते मेमनी बोलती सी, उन्होंने कहा इनू छड्डो, ये उर्दू मीडियम पता नहीं की है। एंड शीरीन बाई वाज द वन हु इंसिस्टेड ऑन the
प्राइवेट रस्म ऑफ शिया नमाज़। हाँ हाँ, देखो ना ਅਸੀਂ ਇੰਨਾ ਝੂਠ ਬੋਲੀਏ, ਸਾਡਾ जिसे ਅਸੀਂ फाउंडर कहने, मैं तो कहना सब तो बड़ा विलन अपना मोहम्मद अली जिन्ना, क्योंकि ही नेवर अंडरस्टूड एनीथिंग, जिंदगी ने कोई जबान ही नहीं बोली अंग्रेजी ਦੇ ਇਲਾਵਾ। ਉਹ ਸਾਨੂੰ ਆ ਗਿਆ ਪੰਜਾਬ ਵਿੱਚ ਲੈਕਚਰ ਦੇਣ ਵਾਸਤੇ ਕਿ ਤੁਹਾਡੀ ਆਜ਼ਾਦੀ ਦਾ ਕੀ ਹੋਏਗਾ। ਤੇ this when we can cheat with him, who else can we not cheat? ਇੱਕ ਬੰਦਾ ਦਿੱਲੀ ਤੋਂ ਆ ਰਿਹਾ, ਉਹਦੇ ਪਿਓ ਦੇ ਕੋਲ ਪੈਸਾ ਹੈ, ਉਹ ਲੱਗ ਗਿਆ ਐਮਬੈਸਡਰ ਟਰਕੀ ਜਾ ਕੇ, ਲੜਕਾ ਉਹਦਾ ਜਨਰਲ ਹੋ ਗਿਆ, ਉਹਨੇ ਫਿਰ ਮਾਰਸ਼ਲ ਲਾਅ ਲਾਤਾ। ਹਰੇਕ ਨੂੰ ਤੁਸੀਂ ਵੇਖੋ, ਵੀ ਆਰ ਸਟੀਲਿੰਗ ਕੰਟਰੀਜ਼। ਹੁਣ ਤੁਸੀਂ ਸੁਣਿਆ ਪੀਜ਼ਾ ਵੀ ਚੋਰੀ ਕਰ ਰਹੇ ਹੋ ਅੱਜ ਕੱਲ। ਤੇ ਸਰ ਇਹ ਸਾਡਾ ਹਾਲ ਉਸ ਟਾਈਮ ਤੇ ਠੀਕ ਹੋਗਾ ਕਿ ਅਸੀਂ ਵੀ ਯੂਈ ਟਾਈਪ ਦੀ ਐਨਾਲਿਸਿਸ ਕਰੀਏ ਕਿ ਧਰਮ ਹੋ ਰਹੇ, ਸਿਆਸਤ ਹੋ ਰਹੇ। ਇਹ ਸਰ ਮੈਂ ਤੁਹਾਨੂੰ ਬਿਲਕੁਲ ਸਵਾਲ ਇਹ ਤੁਹਾਡੇ ਅੱਗੇ ਰੱਖਣ ਹੀ ਲੱਗਾ ਸੀ, ਮੈਂ ਥੱਲੇ ਟੈਗਲਾਈਨ ਵੀ ਬਣਾਈ, ਰਿਲੀਜਨ ਐਂਡ ਪੋਲਿਟਿਕਸ। ਸਾਨੂੰ ਸਰ ਇਹ ਵੇਖੋ, ਅਸੀਂ 1648 ਦੇ ਵਿੱਚ ਤੇ ਮਗਰਬ ਨੇ ਤੇ ਟ੍ਰੀਟੀ ਆਫ ਵੈਸਟਫੇਲੀਆ ਕਰ ਲਈ, ਤੇ ਉਹਨਾਂ ਨੇ ਕਿਹਾ ਮਜ਼ਹਬ ਵੱਖਰਾ, ਚਰਚ ਦਾ ਕੋਈ ਅਮਲ ਦਖਲ ਨਹੀਂ ਹੈ ਸਿਆਸਤ ਵਿੱਚ। ਅੱਛਾ, ਸਾਨੂੰ ਮੁਸਲਮਾਨਾਂ ਨੂੰ ਉਹੀ ਪ੍ਰੋਬਲਮ ਰਹੀ, ਤੁਸੀਂ ਕਿਹਾ ਜਿਹੜੀ ਤੁਸੀਂ ਪਿਛਲੇ ਥੋੜੀ ਦੇਰ ਤੋਂ ਦੱਸਣ ਡਏ ਹੋ, ਇਹ ਯੂਏ ਨੂੰ ਵੀ ਪਤਾ ਲੱਗ ਗਿਆ। ਉਹਨੇ ਕਿਹਾ ਭਾਈਜਾਨ ਇਹ ਜਿਹੜਾ ਨਾ ਨਜ਼ਰੀਆਤ ਤੇ ਆਈਡੀਓਲੋਜੀ ਤੇ ਰਿਲੀਜਨ, ਇਹ ਤੁਹਾਡਾ ਇੱਕ ਪ੍ਰਾਈਵੇਟ ਇੰਡੀਵਿਜੂਅਲ ਬਿਜ਼ਨਸ ਹੈ, ਤੁਸੀਂ ਆਪਣੇ ਕਾਰ ਮਸਜਿਦ ਤੇ ਜੋ ਮਰਜ਼ੀ ਕਰੋ, ਜੋ ਕਰਨਾ ਕਰੋ। ਹਾਂ, ਲੇਕਿਨ ਬਾਹਰ ਆ ਕੇ ਜਿਹੜੀ ਪਬਲਿਕ ਲਾਈਫ ਹੈ, ਸੋਸ਼ਲ ਲਾਈਫ ਹੈ, ਪੋਲੀਟੀਕਲ ਲਾਈਫ ਹੈ, ਔਰ ਜਿਹੜੀ ਕਲੈਕਟਿਵ ਹਿਊਮੈਨਿਟੀ ਲੋਕਾਂ ਦੇ ਵਾਸਤੇ ਚੀਜ਼ ਹੈ, ਉਹਦੇ ਵਿੱਚ ਇਹ ਚੀਜ਼ਾਂ ਨਾ ਵਾੜੋ। ਅੱਛਾ, ਇਹ ਸਰ ਸਾਨੂੰ ਕਿੱਦਣ ਸਮਝ ਲੱਗੇਗੀ ਸਾਡੀ ਜਾਨ? ਅਸੀਂ ਆਨੇ ਆ ਸਿਆਸਤ ਇੱਕ ਗੰਦੀ ਚੀਜ਼ ਹੈ, ਮਜ਼ਹਬ ਇੱਕ ਸਾਫ਼ ਪਾਕ ਚੀਜ਼ ਹੈ। ਤੁਸੀਂ ਜਦੋਂ ਦੋਵਾਂ ਚੀਜ਼ਾਂ ਨੂੰ ਮਿਕਸ ਕਰਦੇ ਜੇ ਤੇ ਮਸਲੇ ਪੈਦਾ ਹੋ ਜਾਂਦੇ। ਲਿਹਾਜ਼ਾ ਇਹ ਤਾਂ ਕਿੰਜ ਸਾਡੀ ਜਾਨ ਛੁੱਟ ਸਕਦੀ ਹੈ ਕਿ ਅਸੀਂ ਮਜ਼ਹਬ ਔਰ ਸਿਆਸਤ ਨੂੰ ਵੱਖਰੇ ਵੱਖਰੇ ਰੱਖੀਏ। ਸਰ ਦੇਖੋ, ਸਾਡੇ ਕੋਲ ਮੌਕਾ ਆਇਆ ਸੀ 71-72 ਵਿੱਚ, ਜਦੋਂ ਮੁਲਕ ਦੇ ਦੋ ਟੋਟੇ ਹੋਏ। ਮੁਸਲਮਾਨ ਫੌਜ ਨੇ ਮੁਸਲਮਾਨ ਲੋਕਾਂ ਨੂੰ 10 ਲੱਖ ਬੰਦਾ ਮਾਰਿਆ, 1 ਲੱਖ ਔਰਤ ਨੂੰ ਰੇਪ ਕੀਤਾ, ਦੋਨੋਂ ਸਾਈਡ ਤੋਂ ਮੁਸਲਮਾਨ। ਪਾਕਿਸਤਾਨੀਆਂ ਨੂੰ ਅਕਲ ਆ ਜਾਣੀ ਚਾਹੀਦੀ ਸੀ ਕਿ ਮੈਜੋਰਿਟੀ ਪਾਕਿਸਤਾਨੀ ਬੰਗਾਲੀ ਹੈ। ਉਹਨਾਂ ਨੇ ਦੇਖੋ ਕੀ ਕਿਹਾ ਕਿ ਸ਼ੇਖ ਮੁਜੀਬ ਪਾਕਿਸਤਾਨ ਦਾ ਪ੍ਰਾਈਮ ਮਿਨਿਸਟਰ ਸਾਨੂੰ ਚਾਹੀਦਾ ਹੀ ਨਹੀਂ, ਤੁਸੀਂ ਦਫਾ ਹੋ ਜਾਓ ਇੱਥੋਂ, ਅਸੀਂ ਛੋਟਾ ਇਲਾਕਾ ਹੈ, ਅਸੀਂ ਆਪਣਾ ਕੰਮ ਆਪੇ ਕਰਾਂਗੇ। ਦੇ ਰਿਫਿਊਜ਼ਡ ਐਜ਼ ਮੈਜੋਰਿਟੀ। Sheikh Mujib had won the election as prime minister. He didn't claim it, and they created Republic of Bangladesh, ਜਿਹਦੇ ਅੰਦਰ Islamic politics ਆ ਹੀ ਨਹੀਂ ਸਕਦੀ। It is constitutionally a secular country. ਹਾਲਾਂਕਿ ਉੱਥੇ radical ਮੁਸਲਮਾਨ ਬਹੁਤ ਹੈ, ਲੇਕਿਨ ਇਸ ਵਕਤ ਦੁਨੀਆ ਦਾ ਟੌਪ ਮੁਸਲਿਮ ਕੰਟਰੀ ਹੈ ਪ੍ਰੋਗਰੈਸ ਦੇ ਹਿਸਾਬ ਨਾਲ। 10% a year growth ਹੈ ਸਰ। ਉਹਨਾਂ ਦੀ ਸੜਕਾਂ ਤੇ ਸਿਰਫ ਬੰਗਾਲੀ ਚ ਲਿਖਿਆ ਹੁੰਦਾ ਡਾਇਰੈਕਸ਼ਨ। ਉਹਨਾਂ ਨੂੰ ਕੋਈ ਸ਼ਰਮ ਨਹੀਂ ਆਪਣੀ ਜ਼ਬਾਨ ਤੋਂ। ਉਹਨਾਂ ਨੇ ਟੈਗੋਰ ਦੇ ਨੈਸ਼ਨਲ ਐਂਥਮ ਕਾਪੀ ਕੀਤਾ। ਉਹਨੂੰ ਕੋਈ ਐਸਾ ਉਹ ਨਹੀਂ ਹੈ ਕਿ ਅਸੀਂ ਪਹਿਲੇ ਹਿੰਦੂ ਹੁੰਦੇ ਸਾਂ ਜਾਂ ਮੁਸਲਮਾਨ। ਦੇ ਆਰ ਕਲੀਅਰ। ਸੱਚ ਉਹਨਾਂ ਨੂੰ ਮਿਲ ਗਿਆ, ਆਪਣੀ ਜ਼ਬਾਨ ਵਿੱਚ ਮਿਲਿਆ, ਉਹਨਾਂ ਨੇ ਪ੍ਰੋਗਰੈਸ ਕੀਤਾ। ਤੁਸੀਂ ਵੇਖੋ ਕਿ ਕਿੰਨੀ ਤਰੱਕੀ ਕੀਤੀ ਗਈ। ਮਾਡਰਨ ਕੰਟਰੀ ਜਿਸੇ ਅਸੀਂ ਕਹਿੰਦੇ ਸਾਂ ਕਿ ਸੋ ਸ਼ੇਮਫੁਲ, ਅਸੀਂ ਕਹਿੰਦੇ ਭੁੱਖਾ ਬੰਗਾਲੀ, ਉਹ ਸਾਡੇ ਕੋਲੋਂ ਅੱਗੇ ਨਿਕਲ ਗਿਆ। ਉਹਨਾਂ ਦੀ ਪੋਪੂਲੇਸ਼ਨ ਸਾਡੇ ਕੋਲੋਂ ਕਮ ਹੋ ਗਈ। ਪਹਿਲੇ ਹੁੰਦਾ ਸੀ कि 10 करोड़ हैं इंसान, क्या बनेंगे मुसलमान, कुछ इस टाइप का हबीब जालम ने कहा सी। वो 10 करोड़ मेजोरिटी बांग्लादेश दी होंदी सी, 60% ऐसी 40% सा। हुण उन्होंने पॉपुलेशन नू कंट्रोल करके विमेन एम्प्लॉयमेंट बढ़ा के दे हैव बिकम लेस पॉपुलेटेड देन वेस्ट पाकिस्तान, जिथे कहते 4 बीवियां करनी कर लो, एक तो होंगी कसूर दी, दूजी लाहौर च रख लो, तो एक पिंडी च भी होनी चाहिए, लेकिन कराची जाना पैंदा है ना, तो एक छोटी जी मेम उत्थे भी रख लो। तमाशबीनी करके असी अपना बेड़ा गर्क किया। जेड़े स्कूल साडे सन वो खत्म हो गए, कोई लाइब्रेरीज नहीं बची।
ਕੋਈ ਦੇਖੋ 500 ਕਿਤਾਬ ਵਿਕ ਜਾਏ ਨਾ ਪਾਕਿਸਤਾਨ ਵਿੱਚ ਕਹਿੰਦੇ ਨੂੰ ਬੈਸਟ ਸੈਲਰ ਹੋ ਜਾਂਦੀ ਮਾਈ ਗੁੱਡਨੈਸ ਇਹ ਤੇ ਉੱਥੇ ਬੰਗਾਲ ਤੁਸੀਂ ਆਈ ਰეკਮੈਂਡ ਯੂ ਗੋ देयर ਮੈਂ 2 ਵਾਰੀ ਹੋ ਕੇ ਆਇਆ ਮੈਨੂੰ ਇਸ ਤਰ੍ਹਾਂ ਲੱਗਾ ਮੈਂ ਆਪਣੇ ਮੁਲਕ ਚ ਆ ਗਿਆ ਮੈਂ ਬੋਲੀ ਨਹੀਂ ਸਮਝਦਾ ਲੇਕਿਨ ਮੈਨੂੰ ਲੱਗਿਆ ਕਿ ਇਹ ਕਿਸੇ ਜ਼ਮਾਨੇ ਚ ਪਾਕਿਸਤਾਨ ਸੀ ਅਸੀਂ ਸਾਰੇ ਇਸ ਟਾਈਪ ਦੇ ਹੋ ਜਾਂਦੇ ਕਿ ਆਪਣੀ ਜ਼ਬਾਨ ਦੀ ਕਦਰ ਕਰਦੇ ਉਰਦੂ ਦੇ ਪਿੱਛੇ ਨਹੀਂ ਨੱਸਦੇ ਤੇ ਵੀ ਵੁੱਡ ਹੈਵ ਬੀਨ ਆਲਸੋ ਐਜੂਕੇਟਿਡ ਐਂਡ ਲਿਟਰੇਸੀ ਰੇਟ ਸਾਡਾ ਜਾਂਦਾ ਬਰਥ ਰੇਟ ਕਮ ਹੁੰਦਾ ਵੀ ਕੁਡ ਸੋਲਵ ਆ ਪ੍ਰੋਬਲਮ ਅਸੀਂ ਕਹਿੰਦੇ ਨਹੀਂ ਇੰਨੀ ਮਾਰ ਖਾਣ ਦੇ ਬਾਅਦ ਮੁਲਕ ਟੁੱਟਣ ਦੇ ਬਾਅਦ ਅਸੀਂ ਸਬਕ ਨਾ ਸਿੱਖੀਏ ਤੇ ਇਹਦਾ ਨਤੀਜਾ ਟ੍ਰੈਜੇਡੀ ਪਤਾ ਕੀ ਹੈ ਇੰਨੀ ਐਨਰਜੈਟਿਕ ਕੌਮ ਹੈ ਪਾਕਿਸਤਾਨੀ ਇਹ ਤੁਸੀਂ ਇਹਨਾਂ ਨੂੰ ਆਈਸਲੈਂਡ ਜਾ ਕੇ ਛੱਡ ਦਿਓ ਦੁਕਾਨ ਲਾ ਕੇ ਬਹਿ ਕੇ ਟੈਕਸੀ ਵੈਕਸੀ ਚਲੇਗੀ ਬੱਚੇ ਵੀ ਖਾ ਰਹੇ ਸਭ ਸੈਟਲਡ इलेक्शन भी लड़ लाएगा पाकिस्तानी पार्लियामेंट का मेंबर भी बन जाएगा लेकिन अपना जड़ा गलत काम जेड़े सिखे ने ना वो नहीं छड़दा but if we had learned this lesson we were capable of so much sir देखो पाकिस्तान दा बॉर्डर एक जगह चीन ईरान अफगानिस्तान इंडिया बर्मा साडा नेशनल एनिमल टाइगर सुंदरबन टाइगर ਅਸੀਂ ਸਭ ਛੱਡ ਕੇ ਨਾ ਖੁਦਾ ਹਾਫਿਜ਼ ਨੂੰ ਅੱਲਾ ਹਾਫਿਜ਼ ਕਰ ਬੁਲਾਤਾ ਬਲੇ ਬੜੇ ਅਸੀਂ ਪੱਕੇ ਮੁਸਲਮਾਨ ਹੋ ਗਏ ਹੁਣ ਅਸੀਂ ਖੁਦਾ ਹਾਫਿਜ਼ ਨਹੀਂ ਕਹਾਂਗੇ ਤੁਸੀਂ 1000 ਸਾਲ ਤੋਂ ਖੁਦਾ ਹਾਫਿਜ਼ ਕਹਿ ਰਹੇ ਹੋ ਨਇਆ ਇਸਲਾਮ ਆ ਗਿਆ ਉਹਨੇ ਕੋ ਹੁਣ ਅੱਲਾ ਹਾਫਿਜ਼ ਕਹਿਣਾ ਅਸੀਂ ਬੜੀ ਜਲਦੀ ਮੁਤਾਸਰ ਹੋ ਜਾਂਦੇ ਆ ਸਰ ਸਾਨੂੰ ਸਾਡੇ ਤੇ ਜਿਹੜਾ ਮਰਜ਼ੀ ਆਪਣੀ ਛਾਪ ਲਾ ਲੈ ਪਹਿਲਾਂ ਗੋਰਿਆਂ ਦੀ ਲੱਗ ਗਈ ਜਿਹੜਾ ਬਾਹਰੋਂ ਆਇਆ ਉਹਦੀ ਲੱਗ ਗਈ ਉਹ ਆਪਣੀ ਜਿਹੜੀ ਆਈਡੈਂਟੀਟੀ ਹੈ ਸਾਡੀ ਉਹਨੂੰ ਅਸੀਂ ਉਸ ਤਰ੍ਹਾਂ ਇੰਟੈਕਟ ਨਹੀਂ ਰੱਖ ਸਕੇ ਬੜਾ ਸਾਨੂੰ ਪ੍ਰੋਬਲਮ ਰਹੀ ਉਹਦੀ ਤੁਸੀਂ ਜ਼ਬਾਨ ਆਪਣੀ ਰੱਖੋ ਤੁਹਾਡੀ ਆਈਡੈਂਟੀਟੀ ਕੋਈ ਵੀ ਨਹੀਂ ਲੈ ਸਕਦਾ ਰੱਬ ਰਾਖਾ ਕਹਿ ਸਕਦੇ ਆ ਨਾ ਫੀ ਅਮਾਨਿल्लाह ਕਹਿੰਦੇ ਸਾਂ ਅਸੀਂ ਰੱਬ ਰਾਖਾ ਠੀਕ ਹੈ ਅਸੀਂ ਉਹੀ ਕਹਿ ਰਹੇ ਨਾ ਕਿ ਰੱਬ ਤੈਨੂੰ ਬਚਾਏ ਖੁਦਾ ਹਾਫਿਜ਼ ਵੀ ਉਹੀ ਸੀ ਹੁਣ ਅੱਲਾ ਹਾਫਿਜ਼ ਹੋ ਕੇ ਉੱਤੇ ਵਾਲਾ ਜਿਹੜਾ ਬੈਠਾ ਕਰੇ ਇਹਨਾਂ ਨੂੰ ਸਮਝ ਨਹੀਂ ਆਉਂਦੀ ਕਰਨਾ ਕੀ ਇਹਨਾਂ ਨੇ 100 साल 3 दफा मेरे ना बदलते ने ना देखो रब देखो किन्ने लोकी रब राखा कहंदे ने रब नू मनना इट डजंट चेंज एक किन्नी मत मारी है कि असी ना नहीं देखो सर बुल्ले शाह दा ना जो भी होए किसी एक पाकिस्तानी दे बच्चे दे नाम बुल्ले शाह नहीं हो सकता शाह महमूद कुरैशी जरूर हो सकता है ਜਿਹੜਾ ਵੀ ਪੰਜਾਬੀ ਲਫ਼ਜ਼ ਹੈ ਇਟ ਇਜ਼ ਨੋਬਡੀ ਨੋ ਪੰਜਾਬੀ ਕੀਪਸ ਹਿਸ ਨੇਮ ਬਲੋਚਾਂ ਵਿੱਚ ਬਰਮਦਾਗ ਹੈ ਫਿਰ ਬਿਆਰ ਹੈ ਇਹ ਬਲੋਚਾਂ ਦੇ ਨਾਂ ਨੇ ਉਹਨਾਂ ਨੇ ਅਫਸੰਦਿਆਰ ਹੈ ਇਹ ਪਸ਼ਤੋ ਵਿੱਚ ਆਉਂਦੇ ਨੇ ਸਿੰਧੀਆਂ ਦੇ ਵੀ ਨਾਂ ਨੇ ਅਸੀਂ ਇੱਕ ਬੰਦਾ ਨਹੀਂ ਪੰਜਾਬ ਵਿੱਚ ਪਿਛਲੇ 70-80 ਸਾਲ ਦੇ ਰੱਬ ਨਾ ਆਪਣਾ ਫਰਸਟ ਨੇਮ ਪੰਜਾਬੀ ਹੋ ਜਾਂਦਾ ਸ਼ਰਮਿੰਦਾ ਹੀ ਮਾਰ ਗਿਆ ਸੀ ਕਿ ਪਤਾ ਨਹੀਂ ਕੀ ਹੋਏਗਾ ਸਾਡਾ ਕੋਈ ਸਾਨੂੰ ਚੁੱਕ ਲੈ ਮੰਨ ਲੈ ਕੋਈ ਮੈਨੂੰ ਸਕਾਲਰਸ਼ਿਪ ਮਿਲ ਜਾਏ ਆਕਸਫੋਰਡ ਜਾ ਕੇ ਵੀ ਅਸੀਂ ਐਵੇਂ ਹੀ ਆਨੇ ਆ ਵਾਪਸ ਇੱਕ ਤੇ ਆਇਆ ਹੈ ਨਾ ਬੈਠਾ ਤੁਹਾਡਾ ਇਟਸ ਟੂ ਮਚ ਲੋਕੀ ਬੜੇ ਮੇਰੀ ਕੁਝ ਕਜ਼ਨਸ ਨੇ ਬੱਚੇ ਨੇ ਛੋਟੇ ਉਹ ਕਹਿੰਦੇ ਸੀ ਨਾ ਅੰਕਲ ਦੇਖੋ ਆਏਗਾ पाकिस्तान बदल जाएगा मैं कहते दादा आपको जिस दिन पंजाबी बोलेगा ना यदि मां जलंधर दी है फिर मैं मनांगा एक्टिंग करके पश्तून बन रहे हैं छड़ दो मैनू ड्रामाबाजी तुसी होंदे किथों दे हो बंदे की हो तो we are confused that way and it is at the center ਜਿਹੜੀ ਇਹ ਗੱਲ ਉਹ ਹੈ ਕਿ ਅਸੀਂ ਮਾਂ ਬੋਲੀ ਨੂੰ ਛੱਡ ਕੇ ਇਨਫੀਰੀਅਰਿਟੀ ਕੰਪਲੈਕਸ ਵਿੱਚ ਰਹਿੰਦੇ ਆ ਮੈਂ ਤਾਂ ਅਸੀਂ ਸਰ ਵੈਸੇ ਬਹੁਤ ਸਾਰੇ ਲੋਕ ਅਗਲੇ ਦਿਨ ਮੈਂ ਕੁਝ ਲੋਕਾਂ ਨਾਲ ਬੈਠਾ ਸੀ ਗੱਲਾਂ ਹੋ ਰਹੀਆਂ ਸਨ ਕਿ ਅਸਾਂ ਇਹ ਗੱਲ ਕੀਤੀ ਕਿ ਸਾਨੂੰ ਜਿਹੜਾ ਪਾਕਿਸਤਾਨ ਹੈ ਇਹਦੀ ਜਿਹੜੇ ਅਸੀਂ ਸ਼ੁਰੂ ਤੋਂ ਹੀ ਜਿਹੜਾ ਸਾਡਾ ਆਬਜੈਕਟਿਵ ਰੈਜ਼ੋਲੂਸ਼ਨ ਆਇਆ 1949 ਵਿੱਚ ਫਿਰ ਅਸੀਂ ਉਸ ਤੋਂ ਬਾਅਦ ਸਾਡੇ ਨਾਲ ਜੋ 1971 ਵਿੱਚ ਹੋਇਆ ਮੈਂ ਕੱਲ ਵੀ ਇੱਕ ਉਹ ਡਾਕਟਰ ਮੋਨੇ ਸਹਿਮਰ ਹੈ ਕਰਾਚੀ ਯੂਨੀਵਰਸਿਟੀ ਦਾ ਪ੍ਰੋਫੈਸਰ ਹੈ ਗੱਲ ਕਰ ਰਿਹਾ ਸੀ ਤੇ ਉਹ ਵੀ ਇਹ ਗੱਲ ਕਹਿ ਰਹੇ ਸੀ ਕਿ ਜਿਹੜਾ ਅੱਜ ਦਾ ਪਾਕਿਸਤਾਨ ਹੈ ਜਿਨਾਹ ਦਾ ਪਾਕਿਸਤਾਨ ਤੇ ਨਹੀਂ ਹੈ ਇਹ ਸਾਨੂੰ ਮੈਨੂੰ ਇੰਝ ਲੱਗਦਾ ਹੈ ਕਿ ਅਗਰ ਅਸੀਂ ਮੈਨੂੰ ਲੱਗਦਾ ਅਸੀਂ ਝੱਕਨੇ ਆ
ਅਸੀਂ ਆਪਣੀਆਂ ਅੱਖਾਂ ਚੁਰਾਨੇ ਆ ਰਿਐਲਿਟੀ ਤੋਂ। ਅਗਰ ਅਸਾਂ ਆਪਣੇ ਆਪ ਨੂੰ ਇਹ ਅੱਖਾਂ ਇੰਜ ਹੀ ਚੁਰਾਉਂਦੇ ਰਹੇ ਔਰ ਅਸਾਂ ਆਪਣਾ ਕਿਬਲਾ ਦਰੁਸਤ ਨਾ ਕੀਤਾ, ਬਲਕਿ ਮੈਂ ਕੁਝ ਲੋਕਾਂ ਨਾਲ ਬੈਠਾ ਅਸਾਂ ਆਪਣੇ ਇੱਥੇ ਹੀ, ਉਹ ਤੇ ਵੀ ਕਹਿ ਰਹੇ ਸੀ ਸਾਨੂੰ ਆਬਜੈਕਟਿਵ ਰੈਜ਼ੋਲੂਸ਼ਨ ਤੇ ਵੀ ਗੱਲ ਕਰਨੀ ਚਾਹੀਦੀ ਹੈ, ਸਾਨੂੰ ਬਿਲਕੁਲ ਸਕ੍ਰੈਚ ਤੋਂ ਚੀਜ਼ਾਂ ਪਾਕਿਸਤਾਨ ਠੀਕ ਕਰਨੀਆਂ ਚਾਹੀਦੀਆਂ ਨੇ, ਅਸੀਂ ਹੋਸਟੇਜ ਬਣ ਗਏ ਹਾਂ ਬਹੁਤ ਸਾਰੀ ਸ਼ੈਵਾਂ 'ਚ। ਦੇਖੋ ਜਿਨ੍ਹਾਂ ਸਾਹਿਬ ਦੀ ਕੋਈ ਥਿੰਕਿੰਗ ਨਹੀਂ ਸੀ, ਮੈਂ ਇੱਕ ਗੱਲ ਦੱਸਾਂ, ਇਹ ਪਾਕਿਸਤਾਨੀ ਬਹੁਤ ਬੁਰਾ ਸਮਝਦੇ ਨੇ, ਲੇਕਿਨ ਜਿਨ੍ਹਾਂ ਨੇ ਅੱਜ ਤੱਕ ਲੈਟਰ ਟੂ ਦੀ ਐਡੀਟਰ ਨਹੀਂ ਲਿਖਿਆ, ਜਿਨ੍ਹਾਂ ਨੇ ਕੋਈ ਕਿਤਾਬ ਨਹੀਂ ਲਿਖੀ, ਕੋਈ ਐਸੇ ਨਹੀਂ ਲਿਖਿਆ, ਕੋਈ ਅਖਬਾਰ ਵਿੱਚ ਕਾਲਮ ਨਹੀਂ ਲਿਖਿਆ, ਜਿਨ੍ਹਾਂ ਸਾਹਿਬ ਨੇ ਪਹਿਲੀ ਜੰਗ ਅਜ਼ੀਮ ਵੇਖੀ, ਲੰਦਨ ਵਿੱਚ ਬੈਠੇ ਸਨ, ਉਹਨਾਂ ਨੂੰ ਕੋਈ ਪਤਾ ਨਹੀਂ ਹੈ ਕਿ ਖਿਲਾਫਤ ਮੂਵਮੈਂਟ ਕੀ ਚੱਲ ਰਹੀ ਸੀ, ਤੁਰਕੀ ਦਾ ਕੀ ਹਾਲ ਸੀ, ਰੂਸ ਕੀ ਕਰ ਰਿਹਾ, ਉਹਨਾਂ ਬਹਿ ਕੇ ਪ੍ਰਾਪਰਟੀ ਆਪਣੀ ਮੈਨੇਜ ਕਰਦੇ ਸਨ। 26 ਅਪਾਰਟਮੈਂਟ ਸਨ ਉਹਨਾਂ ਦੇ ਕੋਲ। ਤੁਸੀਂ ਵੇਖੋ ਸੈਕੰਡ ਵਰਲਡ ਵਾਰ ਹੋ ਗਈ, ਬੋਲਸ਼ਿਵਿਕ ਰੈਵੋਲੂਸ਼ਨ ਆ ਗਿਆ, ਦੁਨੀਆ, ਉਹ ਜੌਨ ਰੀਡ ਨੇ ਕਿਹਾ 10 days that shook the world, ਜਿਨ੍ਹਾਂ ਨੂੰ ਪਤਾ ਹੀ ਨਹੀਂ ਚੱਲਿਆ ਹੋਇਆ ਕੀ ਉੱਥੇ, ਕਿਹੜਾ ਕਮਿਊਨਿਸਟ ਆ ਗਿਆ, ਕੌਣ ਹੈ ਲੈਨਿਨ, ਉਹਨਾਂ ਦੇ ਸਾਹਮਣੇ ਸਭ ਕੁਝ ਹੋਇਆ। ਹੀ ਹੈਡ ਨਥਿੰਗ ਟੂ ਸੇ। ਤੁਸੀਂ ਇੰਡੀਅਨ ਜਿਹੜੇ ਰਾਧਾ ਕ੍ਰਿਸ਼ਨ ਪੜੋ, ਜਿਹੜਾ ਪ੍ਰੈਜ਼ੀਡੈਂਟ ਸੀ, ਨਹਿਰੂ ਨੂੰ ਪੜੋ, ਜਿਹਨੂੰ ਪੜੋ ਉਹ ਜ਼ਿਕਰ ਕਰਦਾ ਉਸ ਟਾਈਮ ਦਾ ਕਿ ਹੋ ਕੀ ਰਿਹਾ ਸੀ। ਜਿਨ੍ਹਾਂ ਸਾਹਿਬ ਨੇ ਕੋਈ ਲਿਖਿਆ ਹੀ ਨਹੀਂ। ਜਿਨ੍ਹਾਂ ਸਾਹਿਬ ਦੀ ਤਕਰੀਰਾਂ ਦਾ ਕਲੈਕਸ਼ਨ ਹੈ and his speeches change with the time। ਜਦ ਤੱਕ ਉਹਨਾਂ ਨੂੰ ਪਾਕਿਸਤਾਨ 11 ਅਗਸਤ ਨੂੰ ਜਦੋਂ ਉਹਨਾਂ ਨੇ ਸਪੀਚ ਕੀਤੀ ਕਿ ਇੱਥੇ ਕੋਈ ਫਿਕਰ ਨਹੀਂ ਹੈ, ਉਸੇ ਦਿਨ ਉਹਨਾਂ ਨੇ ਬਲੋਚਿਸਤਾਨ ਨੂੰ ਆਜ਼ਾਦ ਮੁਲਕ ਕਰਾਇਆ ਕ੍ਰਿਪਸ ਕਮਿਸ਼ਨ ਦੇ ਕੋਲ। ਪਹਿਲੇ ਬਲੋਚਿਸਤਾਨ ਨੂੰ ਆਜ਼ਾਦੀ ਮਿਲੀ, ਫਿਰ ਪਾਕਿਸਤਾਨ ਨੂੰ, ਤੇ ਦੂਜੇ ਦਿਨ 15 ਅਗਸਤ ਨੂੰ ਇੰਡੀਆ। ਇਹ 3-4 ਡੇਟਸ ਨੇ। ਸਾਡੀ ਹਿਸਟਰੀ ਬੁੱਕ ਵਿੱਚ ਜ਼ਿਕਰ ਹੀ ਨਹੀਂ ਕੋਈ ਕਿ ਜਿਨ੍ਹਾਂ ਸਾਹਿਬ ਨੇ ਪੈਸੇ ਦਿੱਤੇ ਖਾਨ ਕਲਾਤ ਤੋਂ, ਆਪਣਾ ਵਜ਼ਨ ਜਿਹੜਾ ਸੀ ਸੋਨੇ 'ਚ ਤਰਾਜ਼ੂ ਵਿੱਚ ਬਹਿ ਕੇ, ਉਹ ਫੀਸ ਸੀ ਜਿਨ੍ਹਾਂ ਸਾਹਿਬ। ਹੁਣ ਜਿਨ੍ਹਾਂ ਸਾਹਿਬ ਤੋਂ ਬਿਹਤਰ ਬੇਤਹਾਸ਼ਾ ਮੈਂ ਸਮਝਣਾ ਪੰਜਾਬ ਵਿੱਚ ਪੋਲੀਟੀਸ਼ੀਅਨ ਸਨ, ਦੌਲਤਾਨਾ ਸਾਹਿਬ ਸਨ, ਉਸ ਤੋਂ ਹੋਰ ਵੀ ਮਮਡੋਟ ਸੀ, ਬੰਗਾਲ ਵਿੱਚ ਹੁਸੈਨ ਸ਼ਹੀਦ ਸੁਹਰਵਰਦੀ ਸੀ, ਬੜੇ ਲੋਕੀ ਸਨ। ਫਰੰਟੀਅਰ ਵਿੱਚ ਗਫਾਰ ਖਾਨ ਕੋਈ ਕੰਮ ਸੀ, ਕਿਤੇ ਨਾਲ ਵੀ ਬਹਿ ਕੇ ਗੱਲ ਕਰ ਸਕਦੇ। ਸਰ ਇਹ ਅਸੀਂ ਆਬਜੈਕਟਿਵ ਰੈਜ਼ੋਲੂਸ਼ਨ ਇਹਦੇ ਤੋਂ ਕਿੰਜ ਬਚ ਸਕਦੇ ਸਾਂ ਕਿ ਅਸੀਂ ਆਪਣੀ ਬੇਸ ਠੀਕ ਕਰੀਏ? ਮੇਰਾ ਸਰ ਇਹ ਜ਼ਰਾ ਪੁਆਇੰਟ ਨਹੀਂ ਬਚ ਸਕਦੇ ਸੀ ਤੁਸੀਂ, ਕਿਉਂ ਕਿ ਜਿਨ੍ਹਾਂ ਸਾਹਿਬ ਮਰ ਗਏ ਸਨ। ਜਿਹੜਾ ਬੰਦਾ ਪ੍ਰਾਈਮ ਮਿਨਿਸਟਰ ਬਣਿਆ ਉਹਨੇ ਪਾਕਿਸਤਾਨ ਵੇਖਿਆ ਹੀ ਨਹੀਂ ਸੀ ਕਦੀ। ਤੁਸੀਂ ਸੋਚ ਸਕਦੇ ਹੋ ਕਿ ਕੈਨੇਡਾ ਨੂੰ ਆਜ਼ਾਦੀ ਮਿਲੇ ਹੈ ਬ੍ਰਿਟੇਨ ਤੋਂ, ਤੇ ਪ੍ਰਾਈਮ ਮਿਨਿਸਟਰ ਸੀ ਲੈ ਕੇ ਆਈਏ ਆਈਸਲੈਂਡ ਤੋਂ। ਜਦ ਕੋਈ ਲਾਹੌਰ ਨਹੀਂ ਗਿਆ, ਜਦ ਢਾਕਾ ਨਹੀਂ ਰਿਹਾ, ਸਿੰਧ ਚ ਨਹੀਂ ਗਿਆ, ਪਿਸ਼ੌਰ ਨਹੀਂ ਵੇਖਿਆ, ਕੋਇਟਾ ਨਹੀਂ ਗਿਆ, ਔਰ ਇਹ ਸਾਰੀ ਜ਼ਿੰਦਗੀ ਲਿਆਕਤ ਅਲੀ ਖਾਨ ਦੀ ਉਰਦੂ ਬੋਲਦੇ ਬੋਲਦੇ ਅਚਕਨ ਸ਼ਲਵਾਰ ਐਡਜਸਟ ਕਰਾਉਂਦੇ ਹੋਏ ਰਹਿ ਗਈ। ਉਹ ਜਾ ਕੇ ਪ੍ਰਾਈਮ ਮਿਨਿਸਟਰ ਬਣਿਆ। ਐਂਡ ਤੁਸੀਂ ਇੱਕ ਹੋਰ ਟ੍ਰੈਜੇਡੀ ਵੇਖੋ ਕਿ ਪਹਿਲੀ ਕੈਬਨਿਟ ਮੀਟਿੰਗ ਵਿੱਚ ਪ੍ਰਾਈਮ ਮਿਨਿਸਟਰ ਨਹੀਂ ਬੈਠਦਾ, ਜਿਨ੍ਹਾਂ ਨੇ ਉਹਨੂੰ ਬੈਠ ਨਹੀਂ ਦਿੱਤਾ ਟੂ ਹੈਡ ਆਫ ਦੀ ਟੇਬਲ। ਉਹਨੇ ਕਹਾ ਮੈਂ ਗਵਰਨਰ ਜਨਰਲ ਹਾਂ, ਤੂੰ ਇੱਧਰ ਬਹਿ ਜਾ। Jinnah did not know that the Governor General cannot chair a meeting of the cabinet. Chair the meeting. That's the Prime Minister. Governor General ਤੇ ਅੱਜ ਤੱਕ ਵੀ ਹੈ। ਕੈਨੇਡਾ ਦੇ ਵੀ ਗਵਰਨਰ ਜਨਰਲ ਹੈ, ਆਸਟ੍ਰੇਲੀਆ ਦੇ ਵੀ ਹੈ, ਜਿਹੜੀ ਕਾਮਨਵੈਲਥ ਕੰਟਰੀਜ਼ ਨੇ ਉਹਨਾਂ ਦਾ ਗਵਰਨਰ ਜਨਰਲ ਹੁੰਦਾ। ਉਹ ਰਾਨੀਆਂ ਕਦੇ ਨਹੀਂ ਬਹਿ ਜਾਂਦੀ ਉੱਥੇ। He asked Lord Mountbatten ਕਿ ਜਿਹੜੇ ਉਹ ਕਹਿੰਦੇ ਨਾ ਸਾਈਡ ਤੋਂ ਜਿਹੜੇ ਤਨਖਾਹ ਦੇ ਇਲਾਵਾ ਕੀ ਚੀਜ਼ ਮਿਲਦੀ ਹੈ, ਉਹਨੇ ਕਿਹਾ ਪ੍ਰਾਈਮ ਮਿਨਿਸਟਰ ਨੂੰ ਮਿਲਦੀ ਹੈ ਜਾਂ ਗਵਰਨਰ ਜਨਰਲ ਨੂੰ। ਉਹਨੇ ਕਿਹਾ ਗਵਰਨਰ ਜਨਰਲ ਨੂੰ ਜ਼ਿਆਦਾ ਰੁਤਬਾ ਹੁੰਦਾ, ਸਲੂਟ। ਉਹਨੇ ਕਿਹਾ ਮੈਂ ਫਿਰ ਗਵਰਨਰ ਜਨਰਲ ਬਣਾਂਗਾ। ਸਰ ਇਹ ਵੀ ਗੱਲ ਸਹੀ ਹੈ ਕਿ ਜਿਹੜੀ ਲਿਆਕਤ ਅਲੀ ਖਾਨ ਦੀ ਗੱਲ ਕੀਤੀ ਕਿ ਜਿਹੜੀ ਬਹੁਤ ਸਾਰੀ ਐਲੀਟ ਆਈ ਸੀ ਇੰਡੀਆ ਤੋਂ ਪਾਕਿਸਤਾਨ ਦੇ ਵਿੱਚ ਪਾਰਟੀਸ਼ਨ ਤੋਂ ਬਾਅਦ, ਉਹਨਾਂ ਨੇ ਇਲੈਕਸ਼ਨ ਹੋਣ ਨਾ ਦਿੱਤੇ ਔਰ ਲੇਟ ਕਰਾਏ ਇਲੈਕਸ਼ਨ, ਕਿਉਂਕਿ ਉਹਨਾਂ ਨੂੰ ਇਹ ਖਤਰਾ ਸੀ ਕਿ ਸ਼ਾਇਦ ਅਸੀਂ ਹਾਰ ਜਾਵਾਂਗੇ ਇਲੈਕਸ਼ਨ। ਹਾਰ ਹੀ ਗਏ ਨਾ। ਹਾਂ, ਤਾਂ ਫਿਰ ਉਹ ਲੇਟ ਕਰਾਉਂਦੇ ਰਹੇ ਤੇ ਉਹ ਡੈਮੋਕ੍ਰੈਟਿਕ ਪ੍ਰੋਸੈਸ ਨਾ ਚੱਲ ਸਕਿਆ। ਪਾਕਿਸਤਾਨ ਦੀ ਜਿਹੜੀ ਕਨਸਟੀਟਿਊਐਂਟ ਅਸੈਂਬਲੀ ਸੀ ਉਹਦੇ ਅੰਦਰ ਇੰਡੀਅਨ ਜ਼ਿਆਦਾ ਸਨ। ਹੁਣ ਮੈਨੂੰ ਇਹ ਦੱਸੋ, ਹੁਣ ਅਗਰ ਜੀਐਮ ਸੈਯਦ ਕਹਿੰਦਾ ਹੈ ਕਿ ਸਾਡੇ ਨਾਲ ਮਜ਼ਾਕ ਹੋਇਆ ਹੈ, ਜਿਨ੍ਹਾਂ ਸਾਹਿਬ ਕਹਿੰਦੇ ਨੇ ਦੌਲਤਾਨਾ ਨੂੰ ਕਿ ਮਮਡੋਟ ਦੀ ਤਖਤਾ ਉਲਟ ਦੇ, ਖੋੜੋ ਦੀ ਗਵਰਨਮੈਂਟ ਤੁਸੀਂ ਹਟਾਤੀ, ਉੱਥੇ ਖਾਨ ਸਾਹਿਬ
ਦੀ ਗਵਰਨਮੈਂਟ ਜਿਹੜੀ ਸੀ ਫਰੰਟੀਅਰ, ਉੱਥੋਂ 600-700 ਬੰਦਾ ਦਾ ਕਤਲ ਹੋਇਆ, ਜਿਹੜੀ ਬਾਰਬਰਾ ਖੁਦਾਈ ਖਿਦਮਤਗਾਰ ਸਨ, ਉਹਨੂੰ ਮਾਰਿਆ ਤੁਸੀਂ। ਇਹਨਾਂ ਨੂੰ ਕਿੱਥੋਂ ਸੀਟਾਂ ਮਿਲੀਆਂ ਸੀ? ਲਿਆਕਤ ਅਲੀ ਖਾਨ ਨੇ ਤੇ ਬੰਗਾਲ ਵਿੱਚ ਜਾ ਕੇ ਮੇਮਨ ਸਿੰਘ ਦੇ ਅੰਦਰ ਕਿਸੇ ਨੂੰ ਕਹਾ ਹਟੋਏ ਮੈਂ ਇੱਥੋਂ ਇਲੈਕਸ਼ਨ ਲੜਨਾ, ਕਿਉਂਕਿ ਪ੍ਰਾਈਮ ਮਿਨਿਸਟਰ ਆਫ ਪਾਕਿਸਤਾਨ ਡਿਡ ਨਾਟ ਹੈਵ ਅ ਸੀਟ ਇਨ ਪਾਕਿਸਤਾਨ। ਇਹ ਮੱਤ ਮਾਰੀ ਲੋਕਾਂ ਦੀ, ਪੜਦੇ ਨਹੀਂ ਹੈ। ਆਬਜੈਕਟਿਵ ਰੈਜ਼ੋਲੂਸ਼ਨ ਆਇਆ ਤਾਂ ਕਿ ਸਭ ਤੋਂ ਵੱਡੀ ਗੱਲ ਕਿ ਜਿਹੜੇ ਲੋਕੀ ਪਾਕਿਸਤਾਨ ਵਿੱਚ ਰਹਿੰਦੇ ਨੇ ਦੇ ਸ਼ੁੱਡ ਬਿਕਮ ਅਨਇੰਪਲੋਏਬਲ। ਜਿਹਨੂੰ ਉਰਦੂ ਲਿਖਣੀ ਪੜ੍ਹਨੀ ਨਹੀਂ ਆਉਂਦੀ ਉਹਨੂੰ ਨੌਕਰੀ ਨਹੀਂ ਮਿਲ ਸਕਦੀ। ਜਿਹੜਾ ਟ੍ਰੇਨ ਲੈ ਕੇ ਇਲਾਹਾਬਾਦ ਤੋਂ, ਲਖਨਊ ਤੋਂ, ਦਿੱਲੀ ਤੋਂ ਆਇਆ ਪਾਕਿਸਤਾਨ, ਉਹ 5 ਲੋਕਾਂ ਦੀ ਕਮੇਟੀ ਸੀ, ਉਹਨਾਂ ਦੇ ਕੋਲ ਜਾਂਦੇ ਸਨ ਤੇ ਸਾਡੀ ਸਰ ਡਿਗਰੀ ਗਵਾਚ ਗਈ ਦੰਗਿਆਂ ਵਿੱਚ। ਉਹ ਕਹਿੰਦੇ ਕਿੱਥੇ ਪੜ੍ਹੇ ਆ? ਉੱਥੇ 5 ਲੋਕਾਂ ਨੇ ਸਾਈਨ ਕਰਨਾ, ਬੰਦਾ BA ਦੀ ਡਿਗਰੀ ਲੈ ਲੈਂਦਾ ਸੀ। ਇਹ ਕਿਸੇ ਨੂੰ ਖਾਜਾ ਨਿਜ਼ਾਮੁਦੀਨ ਉਹਦੇ ਅੰਦਰ ਸਨ, ਇੱਕ ਦਿੱਲੀ ਦਾ। ਉਹ ਲੋਕਾਂ ਨੇ ऑफिशियल सीटां लईयां ने। ਜਿਹੜਾ ਤੁਹਾਡਾ ਪਹਿਲਾ ਹੋਮ ਸੈਕਟਰੀ ਸੀ, ਉਹ ਤੇ 3-4 months he didn't have an office and yet he was home secretary। तो ये किताब ना भूल जाना मैं, he came from उड़ीसा ਤੇ ਉਹਦਾ ਕੰਮ ਕੀ ਸੀ? ਉੜੀਸਾ ਵਿੱਚ ਉਹ ਪਾਸਪੋਰਟ ਆਫਿਸਰ ਸੀ ਗਵਰਨਮੈਂਟ ਆਫ ਇੰਡੀਆ ਦਾ। ਉਹਨੇ ਜਿਹੜੇ 1946 ਵਿੱਚ ਕਤਲੇਆਮ ਹੋਇਆ ਨਾ ਕਲਕੱਤਾ, ਜਿਨ੍ਹਾਂ ਸਾਹਿਬ ਨੇ ਕਿਹਾ ਕਿ ਡੇ ਆਫ ਐਕਸ਼ਨ, ਕੋਈ ਹਜ਼ਾਰਾਂ ਲੋਕੀ ਮਾਰੇ ਗਏ, ਉਹ ਜਿਹੜੇ ਜਿਨ੍ਹਾਂ ਕੋਲ ਪਿੱਛੇ ਪੁਲਿਸ ਜਾਂਦੀ ਸੀ, ਇਹਦਾ ਕੰਮ ਸੀ ਉਹਨਾਂ ਨੂੰ ਪਾਸਪੋਰਟ ਬਣਾ ਕੇ ਥਰੂ ਸਿਲੋਨ ਵੈਸਟ ਪਾਕਿਸਤਾਨ। ਅਸੀਂ ਇਹ ਕਰਦੇ ਪਏ ਹਾਂ। ਇਸ ਮਾਹੌਲ ਵਿੱਚ ਪਾਕਿਸਤਾਨ ਬਣਿਆ। ਪੰਜਾਬ ਵਿੱਚ ਜਿੱਤੀ ਮੁਸਲਿਮ ਲੀਗ, 46 ਦੇ ਇਲੈਕਸ਼ਨ ਹਾਰ ਗਈ। ਫਰੰਟੀਅਰ ਵਿੱਚ आपकी वो सी गफार खान दी पार्टी, वो डॉक्टर खान साहब was चीफ मिनिस्टर, जिहदी तुहाडी दिल्ली च मिलदी है। वो खान मार्केट जिहड़ी है ना, कदी जाओ दिल्ली ते उन्हां दे नाम ते। कलात जिहड़ा इंडिपेंडेंट। बंगाल विच हुसैन शहीद सोहरावर्दी was प्राइम मिनिस्टर ऑफ बंगाल। डू यू नो जिस दिन पाकिस्तान बनिया ਉਹਦੀ एंट्री पाकिस्तान विच बैन कराती। ਉੱਥੇ ਖਾਜਾ ਨਿਜ਼ਾਮੁਦੀਨ ਨੂੰ ਬਿਠਾਤਾ ਢਾਕੇ, ਉਹਨੇ ਕਿਹਾ ਬੰਦਾ ਇੱਧਰ ਨਹੀਂ ਆ ਸਕਦਾ। ਉਹ ਜਿਹੜਾ ਪ੍ਰਾਈਮ ਮਿਨਿਸਟਰ ਹੈ ਬੰਗਾਲ ਦਾ, ਉਹਨੂੰ ਕਹ ਦਫਾ ਜਾ ਇੱਥੋਂ। ਉਹਨੇ ਵੀ ਫਿਰ ਆ ਕੇ ਕੀ ਕੀਤਾ, 56 ਵਿੱਚ ਪ੍ਰਾਈਮ ਮਿਨਿਸਟਰ ਸੀ, ਜਦੀ ਇਜ਼ਰਾਈਲ ਨੇ ਹਮਲਾ ਕੀਤਾ ਇਜਿਪਟ ਤੇ ਸਾਡੇ ਬਾਹੂਰੀ ਪਿੱਛੇ ਪਿੱਛੇ ਅਸੀਂ ਵੀ ਹਾਂ। ਹੀ ਸਪੋਰਟਡ ਦੀ ਅਟੈਕ ਆਫ ਬ੍ਰਿਟਨ, ਫਰਾਂਸ ਐਂਡ ਇਜ਼ਰਾਈਲ ਔਨ ਇਜਿਪਟ। ਇੱਕ ਕੰਮ ਅਸੀਂ ਪੈੜਾ ਨਹੀਂ ਕੀਤਾ। And only reason is because we are ashamed of our identity। ਕਿ ਅਸੀਂ ਕੌਣ ਆ? ਅੱਲਾਹ ਤਾਲਾ ਨੇ ਜ਼ਮੀਨ ਤੇ ਸਾਨੂੰ ਕੀ ਕਰਨ ਵਾਸਤੇ ਭੇਜਿਆ? ਕੋਈ ਨੇਕੀ ਦਾ ਕੰਮ ਕਰ ਲਓ, ਕਿਸੇ ਨੂੰ ਖਾਣਾ ਖਵਾ ਦਿਓ, ਕਿਸੇ ਲੜਕੀ ਦੀ ਸ਼ਾਦੀ ਕਰਾ ਦਿਓ, ਕਾਫੀ ਹੈ। ਲੇਕਿਨ ਮੰਗਦੇ ਰਹਿੰਦੇ ਨੇ, ਜਮਾ ਕੀਤੇ ਰੋ ਪੀਟਸਾ ਤੇ ਪੀਟਸਾ ਲੈ ਕੇ ਨਾ ਇਮਾਨ ਨਾਲ ਮਜ਼ਾਕ ਕਰਾਤਾ। ਅੱਛਾ ਸਰ, ਇਹ ਦੱਸੋ ਕਿ ਇਹ ਜਿਹੜੀ, ਇਹ ਤਾਂ ਚਲੋ ਠੀਕ ਹੈ, ਮਾਜ਼ੀ ਤੇ ਜੋ ਇੱਕ ਚੀਜ਼ਾਂ ਚੱਲੀਆਂ, ਸਬਜੈਕਟਿਵ ਰੈਜ਼ੋਲੂਸ਼ਨ ਇਹ ਸਾਰਾ ਹੋਇਆ। ਮੈਂ ਵੈਸੇ ਨੋਟ ਕੀਤਾ ਕਿ ਜਿਹੜੀਆਂ ਹੁਣ ਸਿਆਸੀ ਮਜ਼ਹਬੀ ਸਿਆਸੀ ਜਮਾਤਾਂ ਨੇ, ਇਹ ਥੋੜੀਆਂ ਮੋਡਰੇਟ ਹੋ ਰਹੀਆਂ ਨੇ। ਤੁਹਾਨੂੰ ਲੱਗਦਾ ਹੈ ਕਿ ਇਹ ਮੋਡਰੇਟ ਇਨ ਅ ਸੈਂਸ ਕਿ ਇੱਕ ਤੇ 9/11 ਤੋਂ ਬਾਅਦ ਐਕਸਟਰਨਲ ਪ੍ਰੈਸ਼ਰ ਆਇਆ, ਡੋਮੈਸਟਿਕ ਪ੍ਰੈਸ਼ਰ ਵੀ ਇਹਨਾਂ ਤੇ ਵਧੇ ਨੇ, ਔਰ ਉਹ ਜਿਸ ਤਰ੍ਹਾਂ ਜਿਸ ਤਰਤੀਬ ਦੇ ਨਾਲ ਚੀਜ਼ਾਂ ਇਹ ਚਲਾ ਰਹੇ ਸਨ, ਇਹ ਹੁਣ ਨਹੀਂ ਚਲਾ ਰਹੇ। ਤੇ ਤੁਸੀਂ ਸਮਝਦੇ ਹੋ ਕਿ ਕਿਆ ਸਮਹਾਉ ਜਿਹੜਾ ਰਿਲੀਜਨ ਹੈ, ਮਜ਼ਹਬ ਹੈ, ਉਹਦਾ ਚੀਜ਼ਾਂ ਰੋਲ ਬੈਕ ਜ਼ਰੂਰ ਹੋਈਆਂ ਨੇ, ਬੇਸ਼ੱਕ ਸਲੋ ਹੋਈਆਂ ਨੇ, ਲੇਕਿਨ ਰੋਲ ਬੈਕ ਜ਼ਰੂਰ ਹੋਈਆਂ ਨੇ। ਤੁਸੀਂ ਇਹਨੂੰ ਕੀ ਸਮਝਦੇ? ਹਾਂ, ਦੇਖੋ ਕੁਝ ਰਿਲੀਜੀਅਸ ਪਾਰਟੀਆਂ, ਜਦੋਂ ਮੈਂ ਰਹਿੰਦਾ ਸਾਂ ਉੱਥੇ, ਜਮਾਤ ਇਸਲਾਮੀ ਜਾਂ ਜਮੀਅਤ ਉਲਮਾ ਪਾਕਿਸਤਾਨ, ਇਹ ਤੁਸੀਂ ਵੇਖੋਗੇ ਦੇ ਡੂ ਅੰਡਰਸਟੈਂਡ ਪਾਰਟ ਆਫ ਦੀ ਪ੍ਰੋਬਲਮ। ਪੜ੍ਹੇ ਲਿਖੇ ਲੋਕੀ ਨੇ ਤੇ ਇਹ ਮੌਲਾਨਾ ਫਜ਼ਲੁਰ ਰਹਿਮਾਨ ਦਾ ਜਿਹੜਾ ਰੋਲ ਹੈ ਉਹ ਮਜ਼ਹਬ ਤੋਂ ਬਾਹਰ ਹੈ। ਉਹ ਸ਼ਰੀਆ ਨਾਫਿਜ਼ ਕਰਨ ਦੀ ਗੱਲ ਨਹੀਂ ਕਰ ਰਿਹਾ, ਕਿਉਂਕਿ ਬੜੇ ਲੋਕਾਂ ਨੂੰ ਪਤਾ ਹੈ ਕਿ ਸ਼ਰੀਆ ਨਾਫਿਜ਼ ਕੀਤਾ ਨਾ ਇੰਨੀ ਫੈਂਟੀ ਪੈਗੀ, ਤਾਲਿਬਾਨ ਹੀ ਤਾਲਿਬਾਨ ਹੋਏਗਾ। ਸਾਰੇ ਦਿਓਬੰਦੀ ਨੇ ਉਹਨਾਂ ਦੇ ਫਾਲੋਅਰ, ਬਰੇਲਵੀ ਤੇ ਬਚਿਆ ਹੀ ਕੋਈ ਨਹੀਂ ਪੰਜਾਬ ਵਿੱਚ। ਉਹਨਾਂ ਨੂੰ ਮੇਰੇ ਖਿਆਲ ਪੰਜਾਬ ਵਿੱਚ ਕਿਸੇ ਨੂੰ ਪਤਾ ਵੀ ਨਹੀਂ ਕਿ ਦਿਓਬੰਦੀ ਜਾਂ ਬਰੇਲਵੀ ਹੁੰਦਾ ਕੀ, ਫਰਕ ਕੀ ਹੁੰਦਾ। ਉਹਨਾਂ ਨੂੰ ਸਿਰਫ ਇਹ ਪਤਾ ਸ਼ੀਆ ਨੂੰ ਮਾਰਨਾ ਸੀ,
ਇਹ ਸਾਨੂੰ ਟਾਸਕ ਦਿੱਤਾ ਗਿਆ ਕਿ ਮਾਰੋ, ਅੱਜ ਕਿੰਨੇ ਲੈ ਕੇ ਆਇਓ, ਜਾਂ ਕੁਝ ਨਹੀਂ ਕੁਝ ਤੇ ਉਹਨਾਂ ਦੀ ਸਬੀਲ ਹੀ ਤੋੜ ਦਿਓ। The attitude has changed in the political party, but it has got transferred into what I call the lumpen proletariat कहूंगा मैं, की कहूंगा, ਇਹ ਜਿਹੜੇ ਰਿਜ਼ਵੀ ਸਾਹਿਬ ਟਾਈਪ ਦੇ ਪਾਰਟੀਆਂ ਦੇ ਨਾ, ਸੁੰਨੀ ਬਰੇਲੀ, ਹਾਂ, ਲਸ਼ਕਰ ਤੈਯਬਾ ਤੇ ਲਸ਼ਕਰ ਜੰਗਵੀ ਤੇ ਇਹ ਇਹਨਾਂ ਦੇ ਕੋਲ ਚਲੇ ਗਏ ਨੇ। ਤੁਸੀਂ ਇਹਨਾਂ ਦੀ ਗੱਲਾਂ ਸੁਣੋ ਕਿ ਫਰਾਂਸ ਤੇ ਬੰਬ ਮਾਰ ਦਿਓ, ਉਹ ਗੌਰੀ ਆਇਆ ਜੇ, ਇਸ ਟਾਈਪ ਦੀ ਗੱਲਾਂ you cannot expect from ਜਮਾਤ ਇਸਲਾਮੀ ਔਰ ਜਮੀਅਤ ਉਲਮਾ ਇਸਲਾਮ ਟੁਡੇ। ਮੈਚੁਰ ਹੋ ਗਏ ਨੇ, ਹਾਂ, ਉਹ ਸਮਝ ਉਹਨਾਂ ਨੂੰ ਥੋੜੀ ਆਈ। ਯੂ ਆਰ ਰਾਈਟ ਕਿ ਹਰੇਕ ਨੂੰ ਸਮਝ ਆਏਗੀ ਸਰ, ਇਹ ਜਿਹੜੀ ਪੀਡੀਐਮ ਚੱਲ ਰਹੀ ਹੈ, ਮੈਂ ਕਿਸੇ ਨੂੰ ਵੀ ਨਹੀਂ ਜਾਣਦਾ, ਲੇਕਿਨ ਇੱਥੇ I am so impressed with अपने नवाज शरीफ साहब ਦੀ ਕੁੜੀ ਦਾ ਨਾਂ ਕੀ, ਲੜਕੀ ਮਰੀਮ ਨਵਾਜ਼, ਮੈਂ ਲੜਕੀ ਨਹੀਂ ਕਹਿਣਾ ਚਾਹੀਦਾ ਮੈਨੂੰ, ਬਟ ਮਰੀਮ ਨਵਾਜ਼, ਹਾਂ ਸਰ, ਮਰੀਮ ਨਵਾਜ਼ ਨੇ ਜਾ ਕੇ ਗੁਜਰਾਤ ਵਿੱਚ ਪੰਜਾਬੀ ਚ ਸਪੀਚ ਕੀਤੀ ਹੈ। 100 ਇਅਰਸ ਵਿੱਚ ਕਿਸੇ ਨੇ ਨਹੀਂ ਕੀਤੀ, ਹਿੰਮਤ ਨਹੀਂ ਹੋਈ ਕਿ ਪੰਜਾਬੀਆਂ ਦੇ ਨਾਲ ਗੱਲ ਕਰੇ। This is a turning point। ਉਹਦੀ ਕੰਫਰਟ ਮੈਂ ਵੇਖਿਆ ਨਾ ਕਿ she is stable। ਫਿਰ ਉਹ ਆਪਣੇ ਅਖਤਰ ਮਿੰਗਲ ਸਾਹਿਬ ਨੇ, ਮੈਂ ਦੂਜਿਆਂ ਦੀ ਵੀ ਤਕਰੀਰਾਂ ਸੁਣੀਆਂ ਨੇ, they are sounding sensible। ਮੈਂ ਗਵਰਨਮੈਂਟ ਨੂੰ ਇਸ ਟਾਈਮ ਤੇ ਚਾਹੀਦਾ ਕਿ ਇਹਨਾਂ ਦੇ ਨਾਲ ਬਹਿ ਕੇ ਫੌਜੀਆਂ ਨੂੰ ਕਹੋ, ਖੁਦਾ ਦੇ ਵਾਸਤੇ ਤੁਸੀਂ ਪੀਜ਼ਾ ਨਹੀਂ ਤੇ ਪਾਪੜ ਵਾਪੜ ਕੁਝ ਹੋਰ ਵੇਚ ਲਓ, ਸਾਡਾ ਪੂਰਾ ਮੁਲਕ ਬਰਬਾਦ ਹੋ ਰਿਹਾ ਹੈ। ਇੱਥੇ ਰਿਟਾਇਰਡ ਆਫਿਸਰਸ ਨੇ ਕੀ ਕੀਤਾ ਸਰ, ਅਮਰੀਕਾ ਵਿੱਚ 14 ਬੰਦਿਆਂ ਦੀ ਲਿਸਟ ਕੱਢੀ ਹੈ ਜਿਹਦੇ ਮੇਰੇ ਨੰਬਰ 9 ਹੈ ਕਿ ਇਹਨੂੰ ਖਤਮ ਕੀਏ ਬਗੈਰ ਨਹੀਂ ਕੋਈ ਹੋਏਗਾ। ਉਹਦੇ ਅੰਦਰ ਅਲਤਾਫ ਹੁਸੈਨ ਵੀ ਹੈ, ਮਹਿਮੂਦ ਅਚਕਜ਼ਈ ਵੀ ਪਾਤਾ ਹੈ, ਸਾਰੇ ਦੇ ਨਾਮ ਪਾਤੇ ਨੇ ਅਖਤਰ में, ਇਹਨਾਂ ਨੂੰ ਮਾਰਨਾ ਹੈ। ਮਹਿਰਾਨ ਮਰੀ ਨੂੰ ਕਹਿੰਦਾ ਹੈ ਲਿਸਟ ਵਿੱਚ ਮਾਰਨਾ ਇਹਨੂੰ। ਇਹ ਅਮਰੀਕਾ ਵਿੱਚ ਬਹਿ ਕੇ ਫੌਜੀ ਅਫਸਰ, ਰਿਟਾਇਰਡ ਬੱਚੇ, ਪੜ੍ਹੇ ਲਿਖੇ, ਉਹ ਇਹ ਗੱਲਾਂ ਕਰ ਰਹੇ ਨੇ, ਇਹਨੂੰ ਉਡਾ ਦਿਓ, ਇਹਨੂੰ ਮਾਰ ਦਿਓ, he deserve death। ਤੇ we are fundamentally I hate to use the word fake country। ਮੈਂ ਇਹ ਤੁਹਾਡੀ ਗੱਲ ਸਰ, ਅਸੀਂ ਜਿਹੜਾ ਨਾ ਇਹ ਸਾਡੇ ਅੰਦਰ ਜਿਹੜਾ ਅਨਫੋਰਚੂਨੇਟਲੀ ਇਹ ਜਿਹੜਾ ਐਲੀਮੈਂਟ ਹੈ ਐਕਸਟ੍ਰੀਮਿਜ਼ਮ ਦਾ ਆ ਜਾਂਦਾ ਕਿ ਨਹੀਂ ਇਹਨੂੰ ਮਾਰ ਦਿਓ, ਇਹਨੂੰ ਇੰਜ ਕਰ ਦਿਓ, ਇਹ ਸਾਨੂੰ ਅਸੀਂ ਕਿਉਂ ਡਾਇਲੌਗ ਦੀ ਗੱਲ ਕਿਉਂ ਨਹੀਂ ਕਰਦੇ ਕਿ ਭਾਈ ਮੈਂ ਤੁਹਾਡੇ ਨਾਲ 100% ਡਿਸਐਗਰੀ ਕਰਨਾ, ਵੀ ਐਗਰੀ ਟੂ ਡਿਸਐਗਰੀ, ਠੀਕ ਹੈ ਜੀ। ਮੈਨੂੰ ਯਾਦ ਹੈ ਕਿ ਉਹ ਯੂਸਫ ਰਜ਼ਾ ਗਿਲਾਨੀ ਪ੍ਰਾਈਮ ਮਿਨਿਸਟਰ ਸੀ ਤੇ ਉਹਨੇ ਕਿਹਾ ਜੀ ਕਿ ਠੀਕ ਹੈ ਵੀ ਐਗਰੀ ਟੂ ਡਿਸਐਗਰੀ। ਅੱਛਾ, ਮੈਨੂੰ ਇਹ ਲੱਗਦਾ ਜਿਹੜੀ ਮੈਚੁਰ ਪੋਲੀਟੀਕਲ ਐਕਟਰ ਹੁੰਦੇ ਨੇ ਉਹ ਇਹਨਾਂ ਚੀਜ਼ਾਂ ਨੂੰ ਅੰਡਰਸਟੈਂਡ ਕਰਨ ਦੇ ਹੁੰਦੇ ਨੇ ਕਿ ਨਹੀਂ ਯਾਰ ਇਹ ਬੰਦਾ ਸਾਡੇ ਨਾਲ 100% ਗਲਤ ਗੱਲ ਕਰਨ ਦੇ ਹੈ, ਲੇਕਿਨ ਲੈਟਸ ਐਗਰੀ ਟੂ ਡਿਸਐਗਰੀ ਐਂਡ ਲੈਟਸ ਟਾਕ ਐਂਡ ਲੈਟ ਰਿਸਪੈਕਟ the other's point of view। This used to be you are much younger than me, लेकिन 65 ਦਾ ਇਲੈਕਸ਼ਨ ਦੇ ਬਾਅਦ ਇੱਕ COP ਕਹਿਲਾਂਦੀ ਥੀ, ਕੰਬਾਈਨਡ ਆਪੋਜੀਸ਼ਨ ਪਾਰਟੀਜ਼, ਜਦੋਂ ਅਯੂਬ ਖਾਨ ਡਿਕਟੇਟਰ ਸੀ। ਮੈਂ ਉਹ ਟਾਈਮ ਵੇਖਿਆ ਹੈ, ਮੌਲਾਨਾ ਮੌਦੂਦੀ ਵੀ ਸਨ ਉਸ ਟਾਈਮ ਤੇ, ਮੌਲਾਨਾ ਬਾਸ਼ਾਨੀ ਔਨ ਦੀ ਅਦਰ ਸਾਈਡ, ਵਲੀ ਖਾਨ, ਆਪਣੇ ਸਰਦਾਰ ਸ਼ੌਕਤ ਹਯਾਤ ਵੀ ਸਨ। ਇਹ ਮਾਹੌਲ ਹੁੰਦਾ ਸੀ, ਕੁਝ ਅੰਗਰੇਜ਼ਾਂ ਦਾ ਸਿੱਖਿਆ ਕੰਮ ਸਾਨੂੰ ਆਂਦਾ ਸੀ। ਹੁਣ ਅਸੀਂ ਅਡਾਪਟ ਕਰ ਰਹੇ ਹਾਂ ਆਪਣੇ ਉਮੱਯਦਾਂ ਦਾ ਸਟਾਈਲ ਕਿ ਜਿਹਦਾ ਨਹੀਂ ਮਰਜ਼ੀ ਆਏ ਗਰਦਨ ਕੱਟ ਦਿਓ। ਜਿਹੜੇ ਲੋਕਾਂ ਨੇ ਇਮਾਮ ਹੁਸੈਨ ਦੀ ਔਲਾਦਾਂ ਦੀ ਗਰਦਨਾਂ ਨਹੀਂ ਛੱਡੀਆਂ ਉਹ ਸਾਨੂੰ ਛੱਡ ਦੇਣਗੇ। ਇਹ ਅੱਜ ਤੱਕ ਮਾਫੀ ਨਹੀਂ ਕਿਸੇ ਨੇ ਮੰਗੀ, ਕੋਈ ਇਹ ਨਹੀਂ ਐਕਸੈਪਟ ਕਰਦਾ ਕਿ ਖੁਦਾ ਦੇ ਵਾਸਤੇ ਇਹ ਮੁਹੰਮਦ ਬਿਨ ਕਾਸਿਮ ਹੀਰੋ ਨਹੀਂ ਹੈ, ਉਹ ਰਾਜਾ ਦਾਹਿਰ ਹੈ। ਰਾਜਾ ਦਾਹਿਰ ਨੇ ਪਨਾਹ ਦਿੱਤੀ ਇਮਾਮ ਹੁਸੈਨ ਦੀ ਔਲਾਦਾਂ ਨੂੰ ਸਿੰਧ ਵਿੱਚ ਕਿ ਫਿਕਰ ਨਹੀਂ ਕਰੋ, ਇੱਧਰ ਆ ਜਾਓ, ਸਭ ਠੀਕ ਹੈ। ਹੁਸੈਨੀ ਬ੍ਰਾਹਮਣ ਜਿਹੜੇ ਆਏ ਸਨ ਆਪਣੇ ਕਰਬਲਾ, ਉਹਨੂੰ ਥੈਂਕ ਯੂ ਕਰਨ ਦੇ ਬਜਾਏ ਅਸੀਂ ਉਸ ਸਾਈਡ ਤੇ ਮਾਵੀਆ ਦੀ ਸਾਈਡ ਤੇ ਚਲੇ ਗਏ। ਤੇ ਮੈਨੂੰ ਲੋਕੀ ਕਹਿੰਦੇ ਤੁਸੀਂ ਮਾਵੀਆ ਨੂੰ ਕਿਉਂ ਕਹਿੰਦੇ? ਉਹ ਯਜ਼ੀਦ ਦਾ ਪਿਓ ਸੀ, ਉਹ ਨਸ ਗਿਆ, ਉਹਨੂੰ ਖਲੀਫਾ ਕਿਸੇ ਨੇ ਨਹੀਂ ਬਣਾਇਆ ਸੀ, ਉਹਨੂੰ ਗਵਰਨਰ ਅਪਾਇੰਟ ਕੀਤਾ ਕਿ ਜਾ ਤੂੰ ਡਮੈਸਕਸ ਨਿਕਲ, ਇੱਥੇ ਤੇ ਠੰਡ ਵੀ ਹੈ, ਮਜ਼ੇ एयर कंडीशनिंग, फ्रंट लॉन, ਉਹ ਆਇਆ ਹੀ ਨਹੀਂ ਵਾਪਸ। मुआविया नेवर केम बैक टू मक्का और मदीना। सर एक उमैयद नहीं आया हज करन, ਅਸੀਂ ਉਹਦੇ ਪਿੱਛੇ ਲੱਗ ਗਏ।
ਅਸੀਂ ਅਬਾਸੀਆਂ ਦੇ ਪਿੱਛੇ ਵੀ ਲੱਗ ਜਾਂਦੇ ਨੇ, ਤਾਂ ਕੋਈ ਮੈਨੂੰ ਹੁੰਦਾ ਕਿ ਅਕਲ ਦੇ ਲੋਕ ਨੇ, ਇਹ ਬਗਦਾਦ ਆ ਕੇ ਕੁਝ ਦਿਮਾਗ ਠੀਕ ਹੋਇਆ, ਕਿਉਂਕਿ ਉੱਥੇ ਬਗਦਾਦ ਵਿੱਚ ਬਹੁਤ ਕੁਝ ਹੋਇਆ ਚੰਗਾ ਕੰਮ। ਲੇਕਿਨ ਇਹ ਤੇ ਦਮਿਸ਼ਕ ਦੇ ਨੇ, ਜਿਨ੍ਹਾਂ ਦੀ ਇੱਕ ਖਲੀਫਾ ਦੀ ਮਾਂ ਮੁਸਲਮਾਨ ਨਹੀਂ ਸੀ, ਤੁਹਾਨੂੰ ਪਤਾ ਹੈ। ਗੋਰੀਆਂ ਚੁੱਕ ਕੇ ਈਰਾਨ ਤੋਂ ਜ਼ੋਰੈਸਟਰੀਅਨ ਕੁੜੀਆਂ ਚੁੱਕਦੇ ਸਨ, ਤੇ ਆਪਣੇ ਟਰਕੀ ਉਸ ਵਾਸਤੇ ਗ੍ਰੀਕ ਕੇ ਅੰਦਰ ਸੀ, ਉਧਰ ਲੈ ਕੇ ਆਉਂਦੇ ਸਨ। ਯਜ਼ੀਦ ਦੀ ਮਾਂ ਕ੍ਰਿਸਚੀਅਨ ਸੀ, ਉਹ ਸੁਣਿਆ ਉਹ ਪੜ੍ਹ ਲਿਖ ਨਹੀਂ ਸਕਦੇ ਸਨ ਅਰਬੀ ਚ। ਇੱਕ ਜਿਹੜਾ ਕਹਿੰਦੇ ਨੇ ਖਤ ਲਿਖਿਆ ਇਮਾਮ ਹੁਸੈਨ ਨੂੰ ਕਿ ਤੂੰ ਮੇਰੇ ਤੇ ਬੈਤ ਕਰ, ਉਹ ਜਿਹੜੇ ਅਰਬਾਂ ਨੇ ਲਿਖਿਆ ਕਿ ਉਹ ਇੰਨੀ ਪਰਚੀ ਛੋਟੀ ਸੀ ਕਿ ਇਟ ਵਾਸ ਦੀ ਸਾਈਜ਼ ਆਫ ਅ ਰੈਟਸ ਏਅਰ। ਮੈਂ ਟ੍ਰਾਂਸਲੇਸ਼ਨ ਦੱਸ ਰਿਹਾ ਬਿਲਕੁਲ। ਤੇ ਅਸੀਂ ਕੋਈ ਗੱਲ ਰੈਸ਼ਨਲ ਨਹੀਂ ਕਰ ਸਕਦੇ, ਸਾਨੂੰ ਤੈਸ਼ ਆ ਜਾਂਦਾ। ਯਾਨੀ ਹਰ ਚੀਜ਼ ਜਿਹੜੀ ਪ੍ਰੋਫਿਟ ਨੇ ਕਹੀ ਸੀ ਕਿ ਗੁੱਸਾ ਪੀ ਜਾਓ, ਅਸੀਂ ਕਹਿੰਦੇ ਨਹੀਂ, ਅਸੀਂ ਤੇ ਉਹਦੇ ਮੁਖਤਲਿਫ ਹਾਂ। ਮੈਂ ਤੇ ਫਿਰ ਐਂਡ ਵਿੱਚ ਇੱਕ ਹੀ ਸਵਾਲ ਪੁੱਛਣਾ, ਕਿਸੇ ਬੇਵਾ ਦੇ ਨਾਲ ਸ਼ਾਦੀ ਕੀਤੀ ਹੈ ਤੂੰ? ਨਹੀਂ ਕੀਤੀ ਨਾ, ਸ਼ਟ ਅਪ ਦੈਨ। ਇੱਕ ਗੱਲ ਸਾਡੇ ਪ੍ਰੋਫਿਟ ਨੇ ਦੱਸੀ ਸੀ ਕਿ ਜਾਨ ਮਾਰ ਕੇ ਕਿ ਯੂ ਮੈਰੀਡ ਸਮਵਨ who was 15 years older than you, who was twice divorced, but it was the woman who proposed. ਇੰਨਾ ਵੱਡਾ ਮੈਸੇਜ ਹੈ ਇਸਲਾਮ ਵਿੱਚ। ਅਸੀਂ ਬੜਾ ਵੱਡਾ ਮੈਸੇਜ ਹੈ। ਕੋਈ ਕੁੜੀ ਕਹਿ ਕੇ ਆਪਣੇ ਪਿਓ ਨੂੰ ਕਹਿ ਸਕਦੀ ਕਿ ਮੈਂ ਇਹਦੇ ਨਾਲ ਸ਼ਾਦੀ ਕਰਨੀ ਹੈ? ਬਹੁਤ ਵੱਡਾ ਮੈਸੇਜ ਹੈ। ਇਟ ਇਜ਼ ਲਿਬਰੇਟਿੰਗ ਸਰ। ਫੈਮਿਨਿਜ਼ਮ ਦੋ ਮੈਸੇਜ ਨੇ ਸਰ, ਇੱਕ ਤੇ ਉਹਨਾਂ ਦਾ ਖੁਦ ਕਹਿਣਾ, ਤੇ ਦੂਸਰਾ ਬੀਬੀ ਖਦੀਜਾ ਨੂੰ ਕਿਹਾ ਜਾਂਦਾ ਹੈ ਕਿ ਉਹ 7th ਸੈਂਚਰੀ ਦੀ ਔਮਨ ਐਂਟਰਪ੍ਰੈਨਿਓਰ ਸੀ। ਆਈ ਨੋ। ਅੱਛਾ, ਸਾਨੂੰ ਕਹਿੰਦੇ ਨਹੀਂ ਔਰਤਾਂ ਦਫਨਾ, ਉਹ ਬਈ ਉਹ ਬਿਜ਼ਨਸ, ਉਹ ਬਿਲ ਗੇਟਸ ਟਾਈਪ ਦੀ, ਬਿਲਿੰਡਾ ਗੇਟਸ ਟਾਈਪ ਦੀ ਔਰਤ ਸੀ। he was employed by a woman. ਅੱਛਾ, ਕਿੰਨੇ ਨੇ ਮੁਸਲਮਾਨ ਜਿਹੜੇ ਕਹਿੰਦੇ ਮੈਂ I would like to work with the boss is a woman? ਛੱਡ ਪਰੋ ਇੰਨਾ, we are so deviant। ਫਿਰ ਮੈਨੂੰ ਕਹਿੰਦੇ ਨੇ ਕਾਫਿਰ ਹੈ। ਹੱਦ ਹੋ ਜਾਂਦੀ ਨਾ ਕਿ ਸਿਰਫ ਸੱਚ ਬੋਲਣਾ ਜਿਹੜਾ ਹੈ ਪਾਕਿਸਤਾਨ ਵਿੱਚ ਗੁਨਾਹ ਹੋ ਗਿਆ। ਮੇਰੇ ਅਰਬ ਦੋਸਤਾਂ ਦੇ ਨਾਲ ਗੱਲਬਾਤ ਹੁੰਦੀ, ਕਹਿੰਦੇ ਤੂੰ ਮਾਰਿਆ ਜਾਏਗਾ। ਕਹਿੰਦਾ ਸਾਡੇ ਅਰਬਾਂ ਵਿੱਚ ਇਹ ਪਾਗਲਪਣਾ ਨਹੀਂ ਹੈ, ਬਿਕੋਜ਼ ਵੀ ਆਲ ਨੋ ਅਰਬਿਕ, ਤਾਂ ਸਭ ਨੂੰ ਪਤਾ ਹੈ ਕਿ ਕੌਣ ਕੀ ਕਹਿ ਰਿਹਾ। ਤੁਹਾਡੇ ਅੰਦਰ ਤੇ ਪਤਾ ਨਹੀਂ, ਬਿਲਕੁਲ ਪੇਸ਼ੈਂਸ ਹੀ ਨਹੀਂ ਹੈ, ਫੌਰਨ ਸ਼ੁਰੂ ਹੋ ਜਾਣ ਦੰਗਾ ਫਸਾਦ ਕਰਨ। ਉਹ ਜਲੂਸ ਜਿਹੜਾ ਨਿਕਲਿਆ ਸੀ ਕਰਾਚੀ, ਲੱਖਾਂ ਦਾ, ਇਮਾਮ ਬਾੜੇ ਤੇ ਹਮਲਾ ਕੀਤਾ ਉਹਨਾਂ ਨੇ, ਕੀ ਸੀ ਮੈਂ ਭੁੱਲ ਗਿਆ ਕੋਈ ਗੱਲ। ਮੇਰਾ ਖਿਆਲ ਹੈ ਮੁਹਰਮ ਦੇ ਕੋਈ ਸਿਲਸਿਲੇ ਚ। ਦੇਖੋ, ਉਹ ਖੁਦਾ ਦਾ ਖੌਫ ਕਰੋ। ਤੁਸੀਂ ਜਾ ਕੇ ਜਿੱਥੇ ਨਮਾਜ਼ਾਂ ਪੜ੍ਹੀਆਂ ਜਾਂਦੀਆਂ ਉੱਥੇ ਹਮਲਾ ਕਰਤਾ ਮੁਸਲਮਾਨਾਂ ਨੇ। सोचो हिंदू बैठ के कहता होगा इनका समझ में नहीं आता कि दिमाग खराब है क्या है। ਅਨਫੋਰਚੂਨੇਟਲੀ ਅਸੀਂ ਸਰ ਇੱਕ ਦੂਜੇ ਦੀ ਮਸਜਿਦਾਂ ਤੇ ਹਮਲੇ ਕਰਨੇ ਆ ਨੇ, ਔਰ ਅਸੀਂ ਹੁਣ ਜਦੋਂ ਉਹ ਸਾਡੇ ਘਰਾਂ 'ਚ ਗੱਲ ਵੜ ਆਈ ਤੇ ਅਸਾਂ ਕਿਹਾ ਉਹ ਹੋਏ ਕੀ ਹੋ ਗਿਆ, ਹੁਣ ਇਹਨੂੰ ਠੀਕ ਕਰੀਏ। ਇਹ ਅਸਾਂ ਕਲਚਰ ਬਣਾਏ, ਇਹ ਸਾਡੇ ਨਾਲ ਅਸਾਂ ਬੜੀ ਜ਼ਿਆਦਤੀ ਕੀਤੀ ਆਪਣੇ ਆਪ ਨਾਲ ਪਿਛਲੇ ਕੁਝ ਅਰਸੇ ਨਾਲ। ਇਹਦਾ ਕੋਈ ਮੁਦਾਵਾ ਨਹੀਂ ਕੀਤਾ ਜਾ ਸਕਦਾ। ਅਸੀਂ ਦੁਨੀਆ ਨਾਲ 50 ਸਾਲ ਪਿੱਛੇ ਰਹਿ ਗਏ ਆਪਣੀ ਇਸ ਕਨਫਿਊਜ਼ਨ ਦੀ ਵਜ੍ਹਾ ਤੋਂ, ਔਰ ਜਿਹੜੀ ਅਸਾਂ ਇੱਥੇ ਸੋਸ਼ਲ ਰਿਲੀਜੀਅਸ ਰੀ-ਇੰਜੀਨੀਅਰਿੰਗ ਕਰਨ ਦੀ ਕੋਸ਼ਿਸ਼ ਕੀਤੀ, ਉਹਦਾ ਸਾਨੂੰ ਬਹੁਤ ਨੁਕਸਾਨ ਹੋਇਆ ਸਰ। ਇਹਦਾ ਸਰ ਇੱਕ ਕੰਮ ਕਰ ਦਿਓ, ਪੰਜਾਬੀ ਨੂੰ ਆਮ ਕਰ ਦਿਓ ਇਮਾਨ ਨਾਲ। ਲੋਕਾਂ ਨੂੰ ਇਹ ਪੰਜਾਬੀ ਬੜਾ ਜ਼ਹੀਨ ਅਡੈਪਟੇਬਲ ਸ਼ੈ ਬਣਾਈ ਅੱਲਾ ਮੀਆਂ ਨੇ। ਇੱਥੇ ਕਦੀ ਕਹਿਤ ਨਹੀਂ ਆਇਆ। ਇਹ ਸੋਚੋ ਤੁਸੀਂ, ਇੰਨੇ ਖੁਸ਼ਨਸੀਬ ਲੋਕ ਨੇ। ਜਦੋਂ ਦੂਜੀ ਜਗ੍ਹਾ ਭੁੱਖ ਨੰਗ ਆਉਂਦੀ ਸੀ, ਲੋਕੀ ਪੰਜਾਬ ਚਲੇ ਜਾਂਦੇ ਸੀ। ਅਸੀਂ ਵੀ 1800 ਵਿੱਚ ਰਾਜਸਥਾਨ ਤੋਂ ਹਿੰਦੂ ਹੁੰਦੇ ਸਨ, ਕਸੂਰ ਆ ਕੇ ਸਾਨੂੰ ਸ਼ੇਖ ਬਰਾਦਰੀ ਚ ਕਰ ਲਿਆ ਮੁਸਲਮਾਨ, ਤੇ ਠੀਕ ਹੈ ਅਸੀਂ ਵੀ ਚੱਲ ਰਹੇ ਹਾਂ। ਲੇਕਿਨ ਜਿੱਥੇ ਲੋਕਾਂ ਦੇ ਕੋਲ ਅਕਲ ਹੋ, ਸੈਂਸ ਆਫ ਹਿਊਮਰ ਹੋ, ਅੱਛੀ ਸ਼ਕਲਾਂ ਹੋਣ, ਦਰਿਆ ਹੋ, ਪਾਣੀ ਹੋ, ਉਹ ਕੰਟਰੀਬਿਊਟ ਕਰਨ ਨਾ। ਉਹਨਾਂ ਨੂੰ ਕੀ ਸ਼ਰਮ ਆਉਂਦੀ ਆਪਣੇ ਦੂਜਿਆਂ ਤੇ? ਜਿਹਦੇ ਕੋਲ ਕੁਝ ਨਹੀਂ ਹੈ ਉਹ ਖੜਾ ਹੋ ਜਾਂਦਾ, ਉਹ ਆਪਣਾ ਮੁਲਕ ਇਜ਼ਰਾਈਲ ਬਣਾ ਲੈਂਦਾ ਹੈ। ਤੇ ਅਸੀਂ ਜਿਹੜੇ ਆ, ਮੈਂ ਇੱਕ ਹੋਰ ਗੱਲ ਇਜ਼ਰਾਈਲ ਦੀ ਕਰਾਂ। ਇਹ ਮੁਸਲਮਾਨਾਂ ਦੇ ਅੱਗੇ ਮੈਂ ਰੱਖਣਾ ਪੁਆਇੰਟ ਕਿ ਅਸੀਂ ਤੇ ਆਪੇ ਕਹਿੰਦੇ ਆ ਕਿ ਹਜ਼ਰਤ ਉਮਰ ਨੇ ਜਾ ਕੇ ਕਬਜ਼ਾ ਕੀਤਾ ਜਰੂਸਲਮ ਤੇ। ਇਹ ਉਹ ਨਹੀਂ ਕਹਿੰਦੇ, ਅਸੀਂ ਕਹਿੰਦੇ ਆ ਕਿ ਹਜ਼ਰਤ ਉਮਰ ਜਾ ਰਹੇ ਸਨ ਤੇ ਜਿਹੜਾ ਸਲੇਵ ਸੀ ਉਹ ਉੱਤੇ ਬੈਠਾ ਸੀ ਤੇ ਹਜ਼ਰਤ ਉਮਰ ਊਂਠਣੀ ਦੇ ਅੱਗੇ ਸਨ।
ਤੇ ਹੈ ਨਾ ਸਟੋਰੀ, when we accept ourselves that it is the Arabs who occupied Jewish land, ਜਿਹੜਾ ਹਜ਼ਰਤ ਮੂਸਾ ਦੇ ਜ਼ਮਾਨੇ ਤੋਂ ਯਹੂਦੀ ਉੱਥੇ ਹੀ ਰਹਿੰਦਾ ਸੀ, ਤੇ ਫਿਰ ਅਸੀਂ ਕੌਣ ਆ ਕਹਿਣ ਵਾਲੇ ਕਿ ਉਹਨਾਂ ਨੇ ਆਕਿਊਪਾਈ ਕੀਤਾ? ਜਾਂ ਤੇ ਜਸਟਿਸ ਦੀ ਲੈਵਲ ਪਲੇਇੰਗ ਫੀਲਡ ਕਰੋ ਕਿ ਅਰਬ ਦਾ ਕੰਮ ਇਜਿਪਟ ਵਿੱਚ ਕੀ ਹੈ? ਇਜਿਪਸ਼ੀਅਨ ਤਾਂ ਕੋਈ ਹੋਰ ਹੁੰਦਾ ਸੀ ਨਾ, ਇਜਿਪਸ਼ੀਅਨ ਤੇ ਅਰਬੀ ਨਹੀਂ ਬੋਲਦਾ ਸੀ, ਉਹ ਤਾਂ ਜਾਂ ਸੀਰੀਆ ਵਿੱਚ ਵੀ ਨਹੀਂ ਸੀ। ਅਸੀਂ ਜਾ ਕੇ ਅਰਬ ਤੋਂ ਮੋਰੋਕੋ ਤੱਕ ਫੈਂਟੀ ਮਾਰ ਮਾਰ ਕੇ ਸਭ ਨੂੰ ਸਿੱਧਾ ਕਰਤਾ, ਇੱਧਰ ਵੀ ਆ ਗਏ, ਇੱਧਰ ਵੀ ਅਫਗਾਨਿਸਤਾਨ, ਸਭ ਕੁਝ। ਤੇ ਕਦੀ ਗਰੀਬਾਨ ਵਿੱਚ ਆਪੇ ਵੀ ਤਾਂ ਵੇਖੋ ਨਾ ਕਿ ਤੁਸੀਂ ਵੀ ਤਾਂ ਦੂਜਿਆਂ ਤੇ ਜ਼ੁਲਮ ਕੀਤਾ ਨਾ। ਇਹ ਇੱਕ ਇਹਦੇ ਚ ਕੋਈ ਉਹ ਸ਼ਰਮਿੰਦਗੀ ਦੀ ਗੱਲ ਨਹੀਂ ਹੈ, ਹਿਸਟਰੀ ਨੂੰ ਅਸੀਂ ਆਪੇ ਕਿੰਨਾ ਕੀਤਾ ਇੱਕ ਦੂਜੇ ਦੇ ਨਾਲ ਸਰ। 3-4 ਖਲੀਫਾ ਕਹਿੰਦੇ ਨੇ, ਉਹ 3 ਤੇ ਮਾਰੇ ਗਏ। ਹਜ਼ਰਤ ਉਸਮਾਨ ਨੂੰ ਘਰ ਜਾ ਕੇ ਮਾਰਤਾ, ਹਜ਼ਰਤ ਅਲੀ ਨੂੰ ਨਮਾਜ਼ ਪੜਨ ਤੋਂ ਮਾਰਤਾ। ਉਹ ਕਿੰਨਾ ਨੇ ਮਾਰੇ? ਮੁਸਲਮਾਨਾਂ ਨੇ ਮਾਰੇ, ਕੋਈ ਹਿੰਦੂ ਤਾਂ ਨਹੀਂ ਆਇਆ ਮਾਰਨ, ਨਾ ਕਿਸੇ ਯਹੂਦੀ ਨੇ ਮਾਰਿਆ। ਇਹ ਗੱਲ ਕਰਨ ਵਾਲੀ ਗੱਲਾਂ ਨੇ, ਲੇਕਿਨ ਉਸ ਤੋਂ ਪਹਿਲੇ ਕਿ ਕੋਈ ਕਹਿ ਦੇ ਉਹ ਲੋਕਾਂ ਦਾ ਪਾਰਾ ਚੜ ਜਾਂਦਾ। ਮੈਂ ਇੱਕ ਹੋਰ ਦੱਸਾਂ, ਮੌਲਵੀਆਂ ਦੇ ਨਾਲ ਕਰ ਸਕਦੇ ਤੁਸੀਂ ਇਹ ਗੱਲ? ਇਹ ਬੜੀ ਸਟ੍ਰੇਂਜ ਗੱਲ ਹੈ। ਜਿਹੜਾ ਪੜ੍ਹਿਆ ਲਿਖਾ ਮੌਲਵੀ ਹੈ ਨਾ, ਉਹ ਅਗਰੀ ਨਹੀਂ ਕਰੇਗਾ, ਲੇਕਿਨ ਉਹ ਕਹਿੰਦਾ ਯਾਰ ਇੰਨਾ ਖੁੱਲਾ ਹੋ ਕੇ ਨਾ ਬੋਲਿਆ ਕਰ, ਚੁੱਪ ਕਰ ਦਿਆ। ਲੇਕਿਨ ਜਿਹੜਾ ਅਨਪੜ੍ਹ ਹੈ ਮੁਸਲਮਾਨ, ਜਿਹੜਾ ਮੁਹੰਮਦ ਅਲੀ ਜਿਨਾ ਟਾਈਪ ਦਾ, ਉਹਨੂੰ ਉਹ ਖਾ ਹੋ ਜਾਂਦਾ। ਜਿਹੜਾ ਮੁਸਲਿਮ ਨੈਸ਼ਨਲਿਸਟ ਹੈ, ਜਿਹੜਾ ਮੁਹੰਮਦ ਅਲੀ ਜਿਨਾ ਤੁਸੀਂ ਕਹਿ ਸਕਦੇ ਹੋ, ਲੇਕਿਨ ਸਾਡੇ ਤੇ ਮੁਹੰਮਦ ਅਲੀ ਜਿਨਾ ਜਿਹੜੇ ਨੇ ਉਹ ਹੀਰੋ ਨੇ, ਇੰਜ ਨਾ ਕਰੋ ਸਰ। ਬੰਗਾਲ ਬਣਾ ਕੇ ਛੱਡ ਕੇ ਆ ਗਏ, ਪਹਿਲੇ ਬੰਗਾਲ ਨੂੰ ਵਾਪਸ ਲਓ। ਮੁਹੰਮਦ ਅਲੀ ਜਿਨਾ ਦਾ ਆਪਣਾ ਰੋਲ ਸੀ ਕਾਂਗਰਸ ਦੇ ਅੰਦਰ, ਮੁਸਲਿਮ ਲੀਗ ਦੇ ਅੰਦਰ, ਦੋਨੋਂ ਨੂੰ ਮਾਡਰਨਾਈਜ਼ ਕਰਨਾ, ਦੋਨੋਂ ਪਾਰਟੀਆਂ ਨੂੰ ਮਾਡਰਨਾਈਜ਼ ਕਰਨ ਵਾਸਤੇ ਆਏ ਸੀ। ਉਹਨੂੰ ਜਦੋਂ ਅੰਗਰੇਜ਼ ਨੇ ਠੇਕਾ ਦਿੱਤਾ ਕਿ ਇੰਡੀਆ ਨੂੰ ਟੋਟੇ ਕਰਨੇ ਨੇ, that was his mistake. He didn't belong to Pakistan, sir. ਉਹ ਬੰਬਈ ਦਾ ਬੰਦਾ, ਉਹ ਕੁੜੀ ਲੈ ਕੇ ਨਸ ਗਿਆ, ਆਪਣੇ ਦੋਸਤ ਦੀ ਕੁੜੀ ਲੈ ਕੇ। 18 ਸਾਲ ਤੱਕ he was around, ਆਪਣੀ ਲੜਕੀ ਨੂੰ ਕਹਿਤਾ ਨਹੀਂ, ਆਪੇ ਸ਼ਾਦੀ ਕੀਤੀ ਪਾਰਸੀਆਂ ਦੇ ਅੰਦਰ। ਜਦ ਬੇਟੀ ਨੇ ਕਿਹਾ ਕਿ ਮੈਂ ਪਾਰਸੀ से शादी करने, आग करता ਉਹਨੂੰ। ਤੇ ਡਬਲ ਸਟੈਂਡਰਡ ਨਹੀਂ ਚੱਲਦਾ ਹੈ ਸਰ। ਵੀ ਨੀਡ ਟੂ ਐਗਜ਼ਾਮਪਲ ਹੋਣਾ ਚਾਹੀਦਾ। ਚਲੋ ਮਾਫ ਕੀਤਾ ਜਿਨਾ ਸਾਹਿਬ ਨੂੰ ਵੀ, ਜਾਣਦੇ ਤੁਸੀਂ ਉਹ ਵੇਖੋ, ਹਰ ਬੰਦੇ ਦਾ ਇੱਕ ਲੈਂਸ ਹੁੰਦਾ ਹੈ। ਤੁਸੀਂ ਸਾਰੀ ਗੱਲ ਹੈ ਹਿਸਟਰੀ ਨੂੰ ਬੜੇ ਬੇਰਹਿਮ ਤਰੀਕੇ ਨਾਲ ਪੜ੍ਹਦੇ ਹੋ, ਔਰ ਮੇਰਾ ਖਿਆਲ ਹੈ ਇਹੀ ਤਰੀਕਾ ਹੈ ਪੜ੍ਹਨ ਦਾ, ਹਿਸਟਰੀ ਨੂੰ ਬੇਰਹਿਮ ਤਰੀਕੇ ਨਾਲ ਪੜ੍ਹਨ ਦਾ। ਕਿਉਂਕਿ ਅਗਰ ਅਸੀਂ ਜ਼ਿਹਨ ਵਿੱਚ ਬੁੱਤ ਬਣਾ ਲਾਂਗੇ ਤੇ ਅਸੀਂ ਰਾਈਟ ਕਨਕਲੂਜਨ ਤੇ ਨਹੀਂ ਪਹੁੰਚ ਪਾਵਾਂਗੇ। ਮੇਰਾ ਯਕੀਨ ਹੈ ਕਿ ਅਗਰ ਮੈਂ ਬੁੱਤ ਬਣਾ ਲਾਂ ਕਿ ਇਹ ਬੰਦਾ ਤੇ ਬਿਲਕੁਲ ਹੀ ਠੀਕ ਹੈ, ਤੇ ਫਿਰ ਡੈਫੀਨੇਟਲੀ ਮੈਂ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰਾਂਗਾ 24 ਘੰਟੇ। ਲਿਹਾਜ਼ਾ ਮੈਨੂੰ ਇਹ ਚਾਹੀਦਾ ਹੈ ਕਿ ਅਗਰ ਮੈਂ ਕੁਝ ਹਾਸਲ ਕਰਨਾ ਚਾਹਨਾ, ਐਕਸਟ੍ਰੈਕਟ ਕਰਨਾ ਚਾਹਨਾ ਚੀਜ਼ਾਂ ਤੋਂ, ਤੇ ਉਹ ਮੈਨੂੰ ਉਹਨੂੰ ਪਹਿਲਾਂ ਆਪਣਾ ਇੱਕ ਜਿਹੜਾ ਜੌਂਡਿਸਟ ਪਰਸਪੈਕਟਿਵ ਹੈ ਜਾਂ ਵੇਖਣ ਦਾ ਨਜ਼ਰੀਆ, ਉਹਨੂੰ ਕਲੀਅਰ ਕਰਾਂ, ਫਿਰ ਉਹਨੂੰ ਪੜ੍ਹਾਂ, ਫਿਰ ਉਹਦੇ ਪੈਰਾਮੀਟਰਸ ਨੂੰ ਜੱਜ ਕਰਾਂ, ਤੇ ਫਿਰ ਮੈਂ ਉਹਦੇ ਤੇ ਐਨਾਲਿਸਿਸ ਕਰਾਂ ਕਿ ਹਾਂ ਬਈ ਇਹ ਚੀਜ਼ ਹੈ। ਤੁਸੀਂ ਸਾਰੀ ਗੱਲ ਇੱਕ ਤੁਹਾਡਾ ਇੱਕ ਆਪਣਾ ਇੱਕ ਤਰੀਕਾਕਾਰ ਹੈ। ਇੱਥੇ ਅਸੀਂ ਸਾਰੀ ਗੱਲ ਰਹਿਣ ਡਏ ਸਾਊਥ ਏਸ਼ੀਆ, ਪਾਕਿਸਤਾਨ ਦੇ ਵਿੱਚ, ਇੱਥੇ ਜ਼ਰਾ ਸਾਰੇ ਇੱਧਰ ਆਓ। ਇਹ ਬੜਾ ਨੇਕ ਮੁਲਕ ਹੈ, ਇਮਾਨ ਨਾਲ ਕੈਨੇਡਾ, ਇੰਨੇ ਸੁਥਰਾ ਪਿਆਰਾ ਮੁਲਕ ਤੁਸੀਂ ਦੁਨੀਆ 'ਚ ਮਿਲੇਗਾ ਇਮਾਨ ਨਾਲ। ਯੂ ਕੈਨ ਨਾਟ ਬਿਲੀਵ ਇਟ। ਬਿਲਕੁਲ ਸਹੀ ਕਹਿ ਰਹੇ ਹੋ। ਕੈਨੇਡਾ ਦੀ ਬੜੀ ਤਾਰੀਫ ਸੁਣੀ ਹੈ, ਉਹਨਾਂ ਦੇ ਲੋਕਾਂ ਦੀ, ਜਿਸ ਤਰ੍ਹਾਂ ਉਹ ਬਿਹੇਵ ਕਰਦੇ ਨੇ, ਔਰ ਜਿਸ ਤਰ੍ਹਾਂ ਉਹਨਾਂ ਪੂਰੀ ਦੁਨੀਆ ਦੇ ਲੋਕਾਂ ਨੂੰ, ਮੁਖਤਲਿਫ ਆਈਡੈਂਟੀਟੀਜ਼ ਦੇ ਲੋਕਾਂ ਨੂੰ ਐਮਬ੍ਰੇਸ ਕੀਤਾ ਹੈ ਔਰ ਆਪਣੇ ਵਿੱਚ ਵਾੜਿਆ, ਤੇ ਫਿਰ ਉਹਨਾਂ ਨੂੰ ਇਕੁਐਲਿਟੀ ਦਿੱਤੀ ਹੈ। ਅਸੀਂ ਤੇ ਕੰਮ ਨਹੀਂ ਕਰ ਸਕਦੇ, ਅਸੀਂ ਨਹੀਂ ਕਰ ਸਕਦੇ। ਮੈਂ ਤੇ ਕਹਿੰਦਾ ਜਿਹੜੇ ਆ ਗਏ ਨੇ ਨਾ ਇੱਥੇ ਕੈਨੇਡਾ, ਉਹ ਤੁਸੀਂ ਤੇ ਜਾ ਕੇ ਠੀਕ ਹੋ ਜਾਓ, ਲੇਕਿਨ ਉਹ ਛੁੱਟੀਆਂ ਤੇ ਜਾਂਦੇ ਨੇ ਨਾ, ਉਹ ਫਿਰ ਮਿਕਸ ਹੋ ਕੇ ਨਾ ਵਾਪਿਸ ਆਉਂਦੇ ਨੇ। ਉਹਨਾਂ ਨੂੰ ਨੌਕਰ ਚੌਕਰ ਚਾਹੀਦੇ ਨੇ। ਹਾਂ, ਬਸ ਉਹ ਕਲਚਰ ਚ ਸਾਡਾ ਉਹ ਬੜਾ ਔਖਾ ਜਾਣਾ ਵੀ ਉਹ ਤੋਂ। ਬਟ ਸਰ ਐਨੀ ਹਾਓ, ਬਹੁਤ ਮਜ਼ਾ ਆਇਆ ਸਰ। ਪੂਰਾ ਘੰਟੇ ਦੇ ਉੱਤੇ ਹੋ ਗਿਆ, ਮੈਂ ਤੁਹਾਡਾ ਟਾਈਮ ਲੈ ਲਿਆ, ਤੇ ਬੜੀ ਮਿਹਰਬਾਨੀ ਸਰ, ਬੜਾ ਮਜ਼ਾ ਆਇਆ। ਬੜੀ ਵਾਈਡ ਰੇਂਜ ਆਫ ਇਸ਼ੂਜ਼ ਤੇ ਤੁਸੀਂ ਟਾਈਮ ਦਿੱਤਾ, ਤੇ ਇਨਸ਼ਾਅੱਲਾ ਫਿਰ ਤੁਹਾਡੇ ਕਿਸੇ ਵਕਤ ਫਿਰ ਤੁਹਾਡਾ ਦਿਮਾਗ ਖਾਵਾਂਗੇ, ਤੇ ਪੰਜਾਬੀ ਨੂੰ ਪ੍ਰਮੋਟ ਕਰਾਂਗੇ, ਇਸ ਲੈਂਗੁਏਜ ਨੂੰ ਗੱਲ ਕਰਾਂਗੇ ਦੇ ਵਿੱਚ। ਤੇ ਦੂਜਾ ਇਹ ਕਿ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਨਾ, ਇਹ ਜ਼ੁਬਾਨ ਹੀ ਨਹੀਂ ਝੂਠ ਬੋਲਣ ਵਾਲੀ, ਇਹ ਤੇ
ਇੱਥੇ ਪੰਜਾਬੀ ਸਿਰਫ ਸੱਚ ਬੋਲਿਆ ਜਾਂਦਾ। ਮੈਂ ਵੀ ਦੱਸ ਦਿਆਂ, ਝੂਠ ਬੋਲੋਗੇ ਨਾ ਪੰਜਾਬੀ, ਚਿਹਰੇ ਤੇ ਲਿਖਿਆ ਆਏਗਾ ਨਿਯੋਨ ਸਾਈਨ ਤੇ ਇਹ ਝੂਠ ਬੋਲ ਰਿਹਾ। ਤੇ ਬਿਲਕੁਲ ਸਰ, ਇਨਸ਼ਾਅੱਲਾ। ਥੈਂਕ ਯੂ ਵੈਰੀ ਮਚ ਫॉर योर टाइम। बड़ी मेहरबानी।